ਕਲਮ ਦਾ ਆਸ਼ਿਕ ਮੁਹੱਬਤਾਂ ਚਾਹੁੰਦਾ ਸੀ। ਉਹ ਬਣ ਕੇ ਸੱਜਣ ਰੁੱਸੇ ਦਾ ਰੁੱਸਿਆਂ ਨੂੰ ਮਨਾਉਂਦਾ ਸੀ। ਸਾਹਿਤ 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 ਬਸ ਸਾਹਿਤ ਨੂੰ ਹੀ ਚਾਹੁੰਦਾ ਸੀ। ਰਾਖਾ ਬਣ ਕੇ ਸਾਹਿਤ ਦਾ ਸਾਹਿਤ ਨੂੰ ਬਚਾਉਂਦਾ ਸੀ। ਉਹ ਸੰਗ ਅੰਮ੍ਰਿਤਾ ਪ੍ਰੀਤਮ ਕਾਵ ਦੀਆਂ ਸਾਂਝਾਂ ਪਾਉਂਦਾ ਸੀ। ਡਾਕਟਰ ਹਰਭਜਨ ਵੀ ਕਵਿਓ ਇਨਕਲਾਬ ਹੀ ਚਾਹੁੰਦਾ ਸੀ। ਮੈਂ ਹਾਂ ਬਲਵਿੰਦਰ ਸਿੰਘ ਵਿਰਮਾਨੀ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਨਜ਼ਰੀਆ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮਹਾਨ ਸ਼ਖਸ ਦੀ ਜੋ ਨਾ ਸਿਰਫ ਪੰਜਾਬੀ ਕਵੀ ਸਨ ਬਲਕਿ ਬਿਹਤਰੀਨ ਆਲੋਚਕ, ਸੰਸਕ੍ਰਿਤਿਕ ਟੀਕਾਕਾਰ ਅਤੇ ਫਿਰ ਅਨੁਵਾਦਕ ਵੀ ਸਨ। ਜੀ ਹਾਂ, ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਇਹਨਾਂ ਨੂੰ ਹੀ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਸਵਰਗੀ ਡਾਕਟਰ ਹਰਭਜਨ ਸਿੰਘ ਜੀ ਬਾਰੇ ਅਤੇ ਅੱਜ ਇਸ ਮਹਾਨ ਸ਼ਖਸ ਦਾ ਜਨਮ ਦਿਨ ਹੈ। ਸੋ ਅੱਜ ਦਾ ਨਜ਼ਰੀਆ ਉਹਨਾਂ ਦੀ ਸਰਵਉੱਚ ਜ਼ਿੰਦਗੀ ਦੇ 100 ਸਾਲਾਂ ਨੂੰ ਸਮਰਪਿਤ। ਦਰਅਸਲ ਡਾਕਟਰ ਹਰਭਜਨ ਸਿੰਘ ਦੀ ਆਲੋਚਨਾ ਦਾ ਪ੍ਰਮੁੱਖ ਤੱਤ ਰੂਪ ਅਤੇ ਵਸਤੂ ਨੂੰ ਇੱਕੋ ਸਮਝਣਾ ਹੀ ਹੈ। ਡਾਕਟਰ ਹਰਭਜਨ ਸਿੰਘ ਜੀ ਦੇ ਮੁਤਾਬਕ ਕਿਸੇ ਸਾਹਿਤਕ ਰਚਨਾ ਵਿੱਚ ਰੂਪ ਅਤੇ ਵਸਤੂ ਆਪਸ ਵਿੱਚ ਇੰਨੇ ਇੱਕਮਿਕ ਹੋਏ ਹੁੰਦੇ ਨੇ ਕਿ ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਵੱਖੋ ਵੱਖਰਾ ਅਧਿਐਨ ਸੰਭਵ ਹੀ ਨਹੀਂ ਹੈ। ਡਾਕਟਰ ਹਰਭਜਨ ਸਿੰਘ ਜੀ ਨੇ ਸਪਸ਼ਟ ਕੀਤਾ ਕਿ ਨਿਸ਼ਚਿਤ ਰੂਪ ਵਿੱਚ ਢਲਣ ਤੋਂ ਬਾਅਦ ਵਿਸ਼ਾ ਰੂਪ ਦਾ ਹੀ ਅੰਗ ਬਣ ਜਾਂਦਾ ਹੈ। ਇਸੇ ਕਰਕੇ ਵਿਸ਼ੇ ਦਾ ਅਧਿਐਨ ਰੂਪ ਦੇ ਅਧਿਐਨ ਨਾਲ ਹੀ ਕੀਤਾ ਜਾ ਸਕਦਾ ਹੈ। ਜੇਕਰ ਗੱਲ ਕੀਤੀ ਜਾਏ ਨਵੀਂ ਸ਼ਬਦਾਵਲੀ ਦੇ ਇਸਤੇਮਾਲ ਦੀ, ਤਾਂ ਡਾਕਟਰ ਹਰਭਜਨ ਸਿੰਘ ਜੀ ਨੇ ਪੰਜਾਬੀ ਆਲੋਚਨਾ ਨੂੰ ਰੂਪਵਾਦ, ਅਮਰੀਕੀ ਆਲੋਚਨਾ, ਸੰਰਚਨਾਵਾਦ ਅਤੇ ਫਿਰ ਭਾਸ਼ਾ ਵਿਗਿਆਨ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ ਹੀ ਬਣਾਇਆ। ਡਾਕਟਰ ਹਰਭਜਨ ਸਿੰਘ ਜੀ ਨੇ ਆਲੋਚਨਾ ਨੂੰ ਆਧਾਰ ਬਣਾ ਕੇ ਕਈ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਜੇਕਰ ਗੱਲ ਕੀਤੀ ਜਾਏ ਡਾਕਟਰ ਹਰਭਜਨ ਸਿੰਘ ਜੀ ਨੂੰ ਮਿਲੇ ਸਨਮਾਨਾਂ ਦੀ, ਤਾਂ ਸਾਲ 1970 ਵਿੱਚ ਭਾਰਤ ਦੀ ਸਾਹਿਤ ਅਕਾਦਮੀ ਵੱਲੋਂ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ। ਇਸ ਤੋਂ ਬਾਅਦ 1987 ਵਿੱਚ ਉਹਨਾਂ ਨੂੰ ਕਬੀਰ ਸਨਮਾਨ ਦਿੱਤਾ ਗਿਆ, ਜਦਕਿ ਫਿਰ 1994 ਵਿੱਚ ਸਰਸਵਤੀ ਸਨਮਾਨ, 1994 ਵਿੱਚ ਹੀ ਸਾਹਿਤ ਅਕਾਦਮੀ ਫੈਲੋਸ਼ਿਪ ਸਨਮਾਨ, ਸੋਵੀਅਤ ਲੈਂਡ ਨਹਿਰੂ ਅਵਾਰਡ ਅਤੇ ਫਿਰ ਸਾਲ 2002 ਵਿੱਚ ਲੁਧਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਧਾਲੀਵਾਲ ਸਨਮਾਨ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਡਾਕਟਰ ਹਰਭਜਨ ਸਿੰਘ ਸਰਬ ਕਲਾ ਸੰਪੰਨ ਅਕਾਦਮਿਸ਼ਨ, ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਫਿਰ ਉਰਦੂ ਦੇ ਗਿਆਤਾ, ਇੱਕ ਸਿਰਮੌਰ ਚਿੰਤਕ, ਸਫਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਫਿਰ ਅਨੁਵਾਦਕ ਸਨ। ਉਹਨਾਂ ਨੇ ਸਾਹਿਤ ਦੀਆਂ 100 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਕੇ ਸਾਹਿਤ ਜਗਤ ਨੂੰ ਮਾਲਾਮਾਲ ਕਰ ਦਿੱਤਾ। ਜੇਕਰ ਹੁਣ ਗੱਲ ਕਰੀਏ ਉਹਨਾਂ ਦੇ ਜੀਵਨ ਦੇ ਸ਼ੁਰੂਆਤੀ ਪੜਾਅ ਦੀ, ਤਾਂ ਡਾਕਟਰ ਹਰਭਜਨ ਸਿੰਘ ਦਾ ਜਨਮ ਲਮਡਿੰਗ, ਅਸਾਮ ਵਿੱਚ 18 ਅਗਸਤ 1920 ਵਿੱਚ ਹੋਇਆ। ਉਹ ਅਜੇ 1 ਸਾਲ ਦੇ ਵੀ ਨਹੀਂ ਸੀ ਹੋਏ ਕਿ ਉਹਨਾਂ ਦੇ ਪਰਿਵਾਰ ਨੂੰ ਲਾਹੌਰ ਜਾਣਾ ਪਿਆ, ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਫਿਰ ਤਕਰੀਬਨ 4 ਸਾਲਾਂ ਦੀ ਉਮਰ ਵਿੱਚ ਉਹਨਾਂ ਦੀ ਮਾਂ ਤੇ 2 ਭੈਣਾਂ ਦੀ ਵੀ ਮੌਤ ਹੋ ਗਈ। ਉਸ ਸਮੇਂ ਉਹਨਾਂ ਨੂੰ ਉਹਨਾਂ ਦੀ ਮਾਸੀ ਨਹੀਂ ਪਾਲਿਆ। ਉਹ ਲਾਹੌਰ ਦੇ ਹੀ ਸਥਾਨਕ ਸਕੂਲ ਵਿੱਚ ਪੜ੍ਹੇ। ਭਾਵੇਂ ਉਹ ਇੱਕ ਬਿਹਤਰੀਨ ਵਿਦਿਆਰਥੀ ਸਨ, ਪਰ ਪੈਸੇ ਦੀ ਤੰਗੀ ਕਾਰਨ ਉਹਨਾਂ ਨੂੰ ਆਪਣੀ ਪੜ੍ਹਾਈ ਨੂੰ ਵੀ ਰੋਕਣਾ ਪਿਆ। ਜਿਸ ਤੋਂ ਬਾਅਦ ਉਹਨਾਂ ਨੇ ਲਾਹੌਰ ਵਿੱਚ ਇੱਕ ਹੋਮਿਓਪੈਥੀ ਦੀ ਦੁਕਾਨ ਤੇ ਇੱਕ ਵਿਕਰੀ ਮੁੰਡੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਇਸ ਤੋਂ ਬਾਅਦ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਮਾਮੂਲੀ ਕਲਰਕ ਦੇ ਰੂਪ ਵਿੱਚ ਵੀ ਆਪਣਾ ਕੰਮ ਕੀਤਾ। ਖਾਲਸਾ ਸਕੂਲ ਦਿੱਲੀ ਵਿੱਚ ਇੱਕ ਸਹਾਇਕ ਲਾਇਬ੍ਰੇਰੀਅਨ ਦੇ ਰੂਪ ਵਿੱਚ ਛੋਟੇ-ਮੋਟੇ ਕੰਮ ਉਹ ਲਗਾਤਾਰ ਕਰਦੇ ਰਹੇ। ਡਾਕਟਰ ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਤੋਂ ਬਿਨਾਂ ਹਾਸਲ ਕੀਤੀ ਅਤੇ ਫਿਰ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ 2 ਡਿਗਰੀਆਂ ਦਿੱਲੀ ਯੂਨੀਵਰਸਿਟੀ ਤੋਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਨੇ PhD ਵੀ ਆਪਣੀ ਪੂਰੀ ਕੀਤੀ। ਗੌਰਤਲਬ ਹੈ ਕਿ ਅੱਜ ਤੋਂ ਤਕਰੀਬਨ 4 ਮਹੀਨੇ ਪਹਿਲਾਂ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਦੇ ਰੂਹੇ ਰਵਾਂ ਦੇ ਨਾਮਵਰ ਸਿੱਖ ਵਿਦਵਾਨ ਸਰਦਾਰ ਜੈਦੇਵ ਸਿੰਘ ਅਨੰਤ ਜੀ ਨੇ ਮੀਡੀਆ ਰਾਹੀਂ ਆਲਮੀ ਜਗਤ ਨੂੰ ਮਹਾਨ ਵਿਦਵਾਨ ਤੇ ਚਿੰਤਕ ਡਾਕਟਰ ਹਰਭਜਨ ਸਿੰਘ ਜੀ ਦੀ ਪਹਿਲੀ ਜਨਮ ਸ਼ਤਾਬਦੀ ਮਨਾਉਣ ਦਾ ਹੋਕਾ ਦਿੱਤਾ ਸੀ। ਉਸ ਤੋਂ ਪਹਿਲਾਂ ਅਦਬੀ ਸੰਸਥਾਵਾਂ, ਲੇਖਕ ਗੁਰੀ ਨੀਂਦ ਸੁੱਤੇ ਪਏ ਲੱਗ ਰਹੇ ਸਨ। ਸਭ ਨੂੰ ਜਗਾਉਣ ਦੀ ਪਹਿਲ ਸਰਦਾਰ ਜੈਦੇਵ ਸਿੰਘ ਅਨੰਤ ਜੀ ਵੱਲੋਂ ਹੀ ਕੀਤੀ ਗਈ। ਨਤੀਜਾ ਇਹ ਹੋਇਆ ਕਿ ਕੈਨੇਡੀਅਨ ਰਾਮਗੜੀਆ ਸੁਸਾਇਟੀ ਵੱਲੋਂ ਸਰਦਾਰ ਜੈਦੇਵ ਸਿੰਘ ਅਨੰਤ ਜੀ ਦੇ ਦਿੱਤੇ ਹੋਏ ਹੋਕੇ ਦਾ ਸਵਾਗਤ ਕੀਤਾ ਗਿਆ ਤੇ ਫਿਰ ਸਮਾਗਮ ਦੋਹਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕਰਨ ਦਾ ਅਹਿਦ ਲਿਆ ਗਿਆ, ਜਿਸ ਦੇ ਫਲਸਰੂਪ ਬੀਤੀ 16 ਅਗਸਤ ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਬਰੁਕਸਾਈਡ ਵਿੱਚ ਇੱਕ ਬੜਾ ਹੀ ਪ੍ਰਭਾਵਸ਼ਾਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਪਰ ਕਿਸ ਤਰ੍ਹਾਂ ਦਾ ਸੀ ਡਾਕਟਰ ਹਰਭਜਨ ਸਿੰਘ ਜੀ ਦਾ ਜੀਵਨ, ਕਿਸ ਤਰ੍ਹਾਂ ਦੇ ਉਤਾਰ ਚੜਾਅ ਉਹਨਾਂ ਨੇ ਵੇਖਿਆ ਤੇ ਫਿਰ ਪੰਜਾਬੀ ਸਾਹਿਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਕਿਸ ਤਰ੍ਹਾਂ ਉਹਨਾਂ ਨੇ ਪਾਇਆ, ਇਹਨਾਂ ਸਭ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਖਾਸ ਮਹਿਮਾਨ। ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਾਂਗੇ ਡਾਕਟਰ ਜਸਪਾਲ ਸਿੰਘ, ਫਾਰਮਰ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬਹੁਤ-ਬਹੁਤ ਸਵਾਗਤ ਹੈ ਡਾਕਟਰ ਜਸਪਾਲ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਵਿੱਚ। ਇਸ ਤੋਂ ਇਲਾਵਾ ਸਰਦਾਰ ਜੈਦੇਵ ਸਿੰਘ ਅਨੰਤ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਸਿੱਖ ਸਕਾਲਰ ਅਤੇ ਰਾਈਟਰ ਨੇ, ਸਰੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬਹੁਤ-ਬਹੁਤ ਸਵਾਗਤ ਅਨੰਤ ਸਾਹਿਬ ਤੁਹਾਡਾ ਵੀ। ਇਸ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ
सरदार सुरिंदर सिंह जब्बल साहब जो कि प्रेसिडेंट ने गुरुद्वारा साहब ब्रुकसाइड सरी तो साडा जुड़े हुए ने खास करके बहुत बहुत स्वागत जब्बल साहब ਤੁਹਾਡਾ भी इस खास प्रोग्राम ਵਿੱਚ। और सब तो पहला ਤਾਂ आनंद साहब ਤੁਹਾਨੂੰ मैं ਵਧਾਈ ਦੇਣਾ ਚਾਹਾਂਗਾ, एक बहुत ही ਵਧੀਆ ਉਦਮ ਤੁਸੀਂ ਕੀਤਾ ਹੈਗਾ और बड़ा ਵਧੀਆ ਇਹ ਉਦਮ ਜਿਹੜਾ ਹੈ ਸਿਰੇ ਵੀ ਚੜ ਚੁੱਕਾ ਹੈ। ਜਿਹੜਾ ਸਮਾਗਮ ਤੁਹਾਡੇ ਵੱਲੋਂ ਕੈਨੇਡਾ ਦੀ ਧਰਤੀ ਤੇ 16 ਅਗਸਤ ਨੂੰ ਕਰਵਾਇਆ ਗਿਆ ਉਸ ਬਾਰੇ ਅਸੀਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਜ਼ਰੂਰ ਜਾਣਨਾ ਚਾਹਾਂਗੇ ਕਿ ਆਖਰ ਸਮਾਗਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਕੀ ਰਿਹਾ ਤੇ ਫਿਰ ਕਿੰਨੀਆਂ ਕੁ ਸੰਸਥਾਵਾਂ ਨੇ इस विच शिरकत की या फिर विशेष व्यक्तियों में कौन कौन शामिल सन, ये सब कुछ तो सब तो पहले जानना चाहांगे। वरमानी जी, मैं सब तो पहला समुचे आलमी जगत नो नामवर विद्वान आधुनिक पंजाबी कविता दे मोढी और बड़े बड़े जिहड़े चिंतक होए ने, मैं उन्हां दे पहली जन्म शताब्दी ते लख लख वधाई भेंट करदा हां। और जिहड़ा अज दा जिहड़ा समागम जिहड़ा सी रखिया सी, वो समागम एक साडा बड़ा प्रभावशाली और बड़ा ही खूबसूरत सिरे चढ़िया है, जिहदे विच साडे कोई 10 तो उत्ते संस्थावां ने इहदे च शमूलीयत लई है। और सानू इस जान के खुशी होएगी कि जिहड़ी साडी फैडरल साडे 2 मैंबर पार्लीमेंट सुख धालीवाल और रणबीर सिंह सराय उन्होंने भी इहदे च शमूलियत की। वो साडे लैजिस्लेचर जिहड़ी काउंसल है BC दी, इहदे विच रचना सिंह मैंबर पार्लीमेंट और देव हेयर जिहड़े साबका मैंबर पार्लीमेंट ने वो भी आए ने। और साडियां उगियां जिहड़ियां हस्तियां ने विद्वान ने, जिवें वर्ल्ड सिख ऑर्गेनाइजेशन के फाउंडर सरदार ज्ञान सिंह संधू और इस तरह रॉस खालसा दीवान सोसाइटी रॉस के साबका प्रधान मोता सिंह चीता, और इस तो अलावा जिहड़ा केंद्री पंजाबी लेखक सभा उत्तरी अमरीका, गजल मंच सरी, लेखक मंच वैनकूवर, और इस तो अलावा वैनकूवर विचार मंच और प्रोफेसर मोहन सिंह फाउंडेशन और इसी तरह विरासत फाउंडेशन, ये सारिया संस्थावां ने साडे इस समागम दे विच वड्डी गिनती च शमूलियत की है। और मैं इत्थे दसना चाहांगा कि असीं 3-4 महीने सख्त मेहनत करके जिहड़े साडे पंजाबी दे नामवर जिहड़े स्कॉलर ने विद्वान ने, असी डॉक्टर साहब ते उन्हां तों जिहड़े ने आर्टिकल्स फीचर लिखवाउण दा यतन कीता, जिन्हां चों प्रोफैसर प्रकाश सिंह पटियाले दे ने, प्रोफैसर मनजीत सिंह जिहड़े उन्हां दे विद्यार्थी रह चुके ने, दिल्ली दे साबका जिहड़े ने उन्हां जिहड़े ने मुखी दिल्ली यूनीवर्सिटी उन्होंने तो असी आर्टिकल्स लए ने। इस तरह गुरु नानक यूनीवर्सिटी के डॉक्टर हरभजन सिंह और इस तो अलावा उन्होंने जी विद्यार्थन है डॉक्टर दविंदर कौर, और इस तरह सानू 8-10 जिहड़े ने नामवर विद्वान। और असी इसके संदर्भ दे विच साडा तां मेन काम सी लोकां नू जगाउणा, अवेयरनैस, क्योंकि असी विरसे ते विरासत तो टुटे हाँ। असी जे पिछे भी अतीत वाल जाइए, सरदार कपूर सिंह होरां दा 2009 दे विच 100 साल सी, प्रिंसीपल सुजान सिंह दा 2009 दे विच सी, सोहन सिंह सीतल दा सी, ईश्वर चित्रकार दा सी, उस्ताद दामन दा सी। बहुत ही हस्तियां जिहड़ियां साडियां बेनियाज हस्तियां पंजाबी अदब दे हवाले नाल होईयां ने। कदे भी किसी भी संस्था ने उन्होंने वड्डे पद्धर ते उन्होंने रिकोगनाइज नहीं किया। असी ये नमाना यतन किया है कि डॉक्टर हरभजन सिंह पिछली सदी का एक युग पुरुष सी, वो एक रोशन मीनार सी, और इहो जी हस्ती है इन्हू दुनिया भर दे च रुशनाना चाहिए, जिहदे 30 तो उत्ते जिहड़े ने साडे विद्वानां ने उन्हां दे अंडर PhDs कीतियां ने, वड्डे वड्डे रुतबे हासिल कीते ने, और जिन्हें साडी कौम दा और अंतरराष्ट्रीय पद्धर ते पंजाबी मां बोली दा सिर उच्चा किया है। असी उन्हों लोकां नू जगाउण लई एक असी कीता सी। पहला जिहड़ा साडा फैसला सी उहदे विच एक समागम इत्थे करांगे, दूजा समागम पटियाले दे विच जिहड़ी वर्ल्ड पंजाबी सेंटर है और साडा इंडिया दे विच जिहड़ा है हरदर्शन मैमोरियल इंटरनेशनल ट्रस्ट इंडिया चैप्टर उजागर सिंह उन्हां वल्लों असीं रल के इंडिया दे विच ओह समागम करनगे। मगर इंडिया दे विच करोना करके ये समागम इन्हां दिनां च संभव नहीं हो सकता, और असीं ये रखिया कि जदों हालात ठीक होणगे जिहड़ी साडी
ਇਹ ਰਾਮਗੜੀਆ ਆਰਗੇਨਾਈजेशन ਇੱਥੋਂ ਦੀ ਹੈ, ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਹੈ, ਔਰ ਜਿਹੜਾ ਜੀ ਵਿਸ਼ਵ ਜਿਹੜਾ ਪੰਜਾਬੀ ਸੈਂਟਰ ਜਿਹਦੇ ਵਿੱਚ ਪ੍ਰੋਫੈਸਰ ਬਲਕਾਰ ਸਿੰਘ ਡਾਇਰੈਕਟਰ ਨੇ, ਅਸੀਂ ਰਲ ਕੇ ਇੱਕ ਜੀ ਸਮਾਗਮ ਵੱਡਾ ਉਹਦੇ ਉੱਥੇ ਕਰਨ ਦਾ ਯਤਨ ਕਰਾਂਗੇ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਆਰਟੀਕਲਸ ਲਿਖਵਾਏ ਸਨ, ਇਹਦੇ ਵਿੱਚ ਅਸੀਂ ਕਾਫੀ ਸਪਲੀਮੈਂਟਸ ਕੀਤੇ ਨੇ, ਲੋਕਾਂ ਜੀ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ। ਔਰ ਚੜ੍ਹਦੀ ਕਲਾ ਪਟਿਆਲੇ ਨੇ 2 ਪੇਜ ਦਾ ਇੱਕ ਸਪਲੀਮੈਂਟ ਕੱਢਿਆ। ਇੱਥੇ ਕੈਨੇਡਾ ਦਾ ਜਿਹੜਾ ਸਭ ਤੋਂ ਮਸ਼ਹੂਰ ਪੇਪਰ ਹੈ ਇੰਡੋ ਕੈਨੇਡੀਅਨ ਟਾਈਮਜ਼ ਨੇ ਟਾਈਟਲ ਤੇ ਫੋਟੋ ਲਾ ਕੇ ਔਰ ਉਹਦੇ ਵਿੱਚ 6-7 ਆਰਟੀਕਲਸ ਉਹਦੇ 'ਚ ਕੀਤੇ ਨੇ। ਇਸੇ ਤਰ੍ਹਾਂ ਅਮਰੀਕਾ ਜੀ ਤੋਂ ਜਿਹੜਾ ਡੇਲੀ ਪੰਜਾਬ ਟਾਈਮਜ਼ ਜਿਹੜਾ ਹੈ ਦੀ ਟਾਈਮਜ਼ ਆਫ ਪੰਜਾਬ, ਉਹਨੇ ਬਹੁਤ ਹੀ ਖੂਬਸੂਰਤ ਸਾਡੇ 6-7 ਪੇਜਾਂ ਦੇ ਵਿੱਚ ਉਹਨੂੰ ਸਪਲੀਮੈਂਟ ਕੀਤਾ ਹੈ। ਇਸੇ ਤਰ੍ਹਾਂ ਕੁਝ ਹੋਰ ਜਿਹੜੇ ਪੇਪਰਸ ਨੇ ਜਿਵੇਂ ਪੰਜਾਬੀ ਲਿੰਕ ਜਾਂ ਹੋਰ, ਮੇਰੇ ਕਹਿਣ ਦਾ ਭਾਵ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਇੰਗਲੈਂਡ ਦੇ ਵੀ ਇੰਡੀਆ ਦੇ ਵੀ ਪੇਪਰਸ ਵਿੱਚ ਇੱਕ ਗੱਲ, ਇੱਕ ਆਵਾਜ਼ ਨੂੰ ਉਠਾਇਆ ਕਿ ਆਓ ਅਸੀਂ ਆਪਣੇ ਵਿਰਸੇ ਤੇ ਵਿਰਾਸਤ ਨੂੰ ਪਹਿਚਾਣਦੇ ਹੋਏ ਅਸੀਂ ਆਪਣੇ ਇਸ ਜੀ ਯੁੱਗ ਪੁਰਸ਼ ਨੂੰ ਅਸੀਂ ਠੀਕ ਯਾਦ ਕਰੀਏ। ਇਹ ਸਾਡਾ ਠੀਕ ਉਹਦਾ ਹੈ ਇਸ ਆਨੰਦ ਸਮੇਂ ਸਾਹਿਬ, ਮੈਂ ਦੇ ਤੁਹਾਡੇ ਕੋਲ ਵਿੱਚ ਦੁਬਾਰਾ ਆਵਾਂਗਾ। ਆਨੰਦ ਸਾਹਿਬ, ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ, ਉਹਨਾਂ ਤੋਂ ਵੀ ਅਸੀਂ ਲੈ ਲਈਏ, ਉਹਨਾਂ ਦੇ ਤਰਕ ਵੀ ਲੈ ਲਈਏ ਅਸੀਂ, ਫਿਰ ਤੁਹਾਡੇ ਕੋਲ ਮੈਂ ਦੁਬਾਰਾ ਆਵਾਂਗਾ ਇਸੇ ਸਵਾਲ ਤੇ। ਡਾਕਟਰ ਜਸਪਾਲ ਸਿੰਘ ਜੀ ਨੂੰ ਮੈਂ ਤੁਹਾਡੇ ਕੋਲ ਆਵਾਂਗਾ ਕਿ ਤੁਸੀਂ ਕਾਫੀ ਨੇੜੇ ਹੋ ਡਾਕਟਰ ਹਰਭਜਨ ਸਿੰਘ ਜੀ ਨੂੰ ਜਾਣਿਆ ਪਛਾਣਿਆ, ਤੁਹਾਡੀ ਨਜ਼ਰ ਤੋਂ ਜਾਣਨਾ ਚਾਹਾਂਗੇ ਕਿ ਡਾਕਟਰ ਹਰਭਜਨ ਸਿੰਘ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਦੇ ਉਤਾਰ ਚੜ੍ਹਾਅ ਉਹਨਾਂ ਨੇ ਵੇਖਿਆ, ਤੇ ਫਿਰ ਪੰਜਾਬੀ ਸਾਹਿਤ ਵਿੱਚ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਡਾਕਟਰ ਭਜਨ ਸਿੰਘ ਹੋਰਾਂ ਨਾਲ ਮੇਰਾ ਰਿਸ਼ਤਾ 1975-76 ਤੋਂ ਲਗਾਤਾਰ ਲੰਮਾ ਸਮਾਂ ਉਹਨਾਂ ਨਾਲ ਮੇਰਾ ਰਿਸ਼ਤਾ ਰਿਹਾ ਹੈ। ਜੀ ਫਿਰ ਉਹ ਮੇਰੀ PhD ਦੇ ਨਿਗਰਾਨ ਵੀ ਰਹੇ। ਉਹਨਾਂ ਦੀ ਸਦਾਰਤ ਵਿੱਚ ਮੈਂ PhD ਵੀ ਕੀਤੀ ਜੀ ਔਰ ਇੱਕ ਐਸਾ ਰਿਸ਼ਤਾ ਮੇਰਾ ਉਹਨਾਂ ਨਾਲ ਬਣ ਗਿਆ ਜਿਸ ਰਿਸ਼ਤੇ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਰਿਸ਼ਤਾ ਬਹੁਤ ਨਿੱਘਾ ਸੀ ਔਰ ਬਹੁਤ ਕੁਝ ਮੈਂ ਗਿਆਨ ਹਾਸਲ ਕੀਤਾ, ਬਹੁਤ ਕੁਝ ਮੈਂ ਸਿੱਖਿਆ। ਔਰ ਇੱਕ ਖਾਸ ਤੌਰ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਜੋ ਨਜ਼ਰੀਆ ਉਹਨਾਂ ਦਾ ਸੀ, ਜੋ ਸੋਚ ਉਹਨਾਂ ਦੀ ਸੀ, ਜੋ ਮੱਥੇ ਵਿੱਚ ਜੋਤ ਜਗ ਰਹੀ ਸੀ ਉਹਨਾਂ ਦੇ, ਮੈਂ ਉਸਨੂੰ ਬਾਕਮਾਲ ਸਮਝਦਾ ਔਰ ਮੈਨੂੰ ਨਹੀਂ ਲੱਗਦਾ ਮੈਂ ਕੋਈ ਦੂਸਰਾ ਹੋਰ ਚਿੰਤਕ ਉਹਨਾਂ ਦੇ ਸਾਹਮਣੇ ਉਹਨਾਂ ਦੇ ਮੁਕਾਬਲੇ ਤੇ ਲਿਆ ਖੜਾ ਕਰਾਂ, ਐਸਾ ਸੰਭਵ ਨਹੀਂ ਮੈਨੂੰ ਲੱਗਦਾ। ਔਰ ਮੈਂ ਥੋੜੀ ਜਿਹੀ ਗੱਲ ਇਹ ਕਰਨੀ ਚਾਹੁੰਦਾ ਕਿ ਜਿਹੜੀ ਸ਼ਖਸੀਅਤ ਸੀ ਉਹਨਾਂ ਦੀ ਉਹ ਬਹੁਤ ਅਜ਼ੀਮ ਸੀ, ਬਹੁਤ ਅਜ਼ੀਮ ਸ਼ਖਸੀਅਤ ਦੇ ਉਹ ਮਾਲਕ ਸਨ। ਔਰ ਜੇ ਮੈਂ ਅਕਾਦਮਿਕ ਪੱਖੋਂ, ਔਰ ਇਹ ਵੀ ਮੈਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ 1975 ਤੋਂ ਬਾਅਦ 80 ਵਿੱਚ ਔਰ ਉਹਨਾਂ ਦਿਨਾਂ ਵਿੱਚ, ਡਾਕਟਰ ਸਾਹਿਬ ਉਸ ਵੇਲੇ ਦਿੱਲੀ ਯੂਨੀਵਰਸਿਟੀ ਵਿੱਚ ਮਾਡਰਨ ਇੰਡੀਅਨ ਲੈਂਗੁਏਜਸ ਦੇ ਹੈੱਡ ਸਨ। ਬਹੁਤ ਵੱਡਾ ਡਿਪਾਰਟਮੈਂਟ ਸੀ ਜਿਹਦੇ ਵਿੱਚ ਮਾਡਰਨ ਇੰਡੀਅਨ ਲੈਂਗੁਏਜਸ ਦੀ ਸਟੱਡੀ ਹੁੰਦੀ ਸੀ ਔਰ ਡਾਕਟਰ ਸਾਹਿਬ ਮੇਰੇ ਖਿਆਲ ਵਿੱਚ ਨਵੇਕਲਾ ਇਹ ਰੁਤਬਾ ਉਹਨਾਂ ਨੂੰ ਪ੍ਰਾਪਤ ਹੋਇਆ ਸੀ। ਉਹ ਮਾਡਰਨ ਇੰਡੀਅਨ ਲੈਂਗੁਏਜਸ ਦੇ ਹੈੱਡ ਸਨ ਦਿੱਲੀ ਯੂਨੀਵਰਸਿਟੀ ਵਿੱਚ ਔਰ ਬਾਅਦ ਵਿੱਚ ਪ੍ਰੋਫੈਸਰ ਅਮੈਰੇਟਸ ਦਾ ਉਹਨਾਂ ਨੂੰ ਸਟੇਟਸ ਮਿਲਿਆ। ਬਹੁਤ ਵੱਡਾ ਮਾਣ ਉਹਨਾਂ ਨੂੰ ਪ੍ਰਾਪਤ ਹੋਇਆ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੀ ਗੱਲ ਮੈਂ ਬਹੁਤ ਨੇੜਿਓਂ ਦੇਖੀ ਹੈ ਉਹਨਾਂ ਦੀ ਸ਼ਖਸੀਅਤ ਵਿੱਚ, ਇਹ ਰੁਤਬੇ ਉਹਨਾਂ ਵਾਸਤੇ ਇਤਨੇ ਮੈਂ ਨਹੀਂ ਸਮਝਦਾ ਕਿ ਉਹ ਇਹਨਾਂ ਨੂੰ ਅਹਿਮੀਅਤ ਦਿੰਦੇ ਸਨ। ਇਹਨਾਂ ਰੁਤਬਿਆਂ ਨੂੰ, ਰੁਤਬੇ ਆਉਂਦੇ ਜਾਂਦੇ ਰਹਿੰਦੇ ਨੇ, ਕਈ ਵਾਰ ਕਹਿੰਦੇ ਵੀ ਹੁੰਦੇ ਸਨ ਮੈਨੂੰ, ਉਹਨਾਂ ਦੇ ਹੁੰਦਿਆਂ ਮੈਨੂੰ ਬੜੇ ਰੁਤਬੇ ਮਿਲੇ ਤੇ ਉਹ ਕਹਿੰਦੇ ਸਨ ਜਸਪਾਲ ਇਹਨਾਂ ਰੁਤਬਿਆਂ ਵੱਲ ਨਹੀਂ ਜਾਣਾ, ਹੈ ਨਾ, ਪੜ੍ਹਾਈ ਲਿਖਤ ਇਹ ਸਭ ਤੋਂ ਵੱਡੀ ਗੱਲ ਹੈ। ਔਰ ਮੈਂ ਉਹਨਾਂ ਦੇ ਜੀਵਨ ਵਿੱਚ ਦੇਖਿਆ ਕਿ ਉਹਨਾਂ ਦੀ ਸਭ ਤੋਂ ਵੱਡੀ ਪ੍ਰੀਫਰੈਂਸ ਜਿਹੜੀ ਹੈ ਉਹ ਸਾਹਿਤ ਰਚਨਾ ਸੀ ਜੀ। ਔਰ ਸਾਰੀ ਜ਼ਿੰਦਗੀ ਉਹਨਾਂ ਨੇ ਸਾਹਿਤ ਰਚਨਾ ਵਿੱਚ ਬਿਤਾ ਦਿੱਤੀ ਔਰ ਬੜਾ ਵੱਡਾ ਕੰਟਰੀਬਿਊਸ਼ਨ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਇਹਦੇ ਨਾਲ ਜੁੜਦੀ ਹੋਈ ਕਿ ਸਾਹਿਤ ਰਚਨਾ ਦੀਆਂ ਸਾਰੀਆਂ ਵੰਨਗੀਆਂ ਤੇ ਉਹਨਾਂ ਦੀ ਮੁਹਾਰਤ ਸੀ, ਬਹੁਤ ਸਾਰੀਆਂ ਵੰਨਗੀਆਂ ਤੇ ਉਹਨੇ ਜ਼ਿਕਰ ਵੀ ਕੀਤਾ ਹੈ ਇਸ ਗੱਲ ਦਾ, ਤੁਸੀਂ ਬਹੁਤ ਮਹਾਰਤ ਸੀ ਤਕਰੀਬਨ ਹਰ ਖੇਤਰ ਜਿਹੜਾ ਹੈਗਾ ਸਾਹਿਤ ਰਚਨਾ ਦਾ। ਪਰ ਕਵਿਤਾ ਵਿੱਚ ਮੈਂ ਸਮਝਦਾ ਕਿ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਸਿਰਮੌਰ ਹੈ, ਉਹਨਾਂ ਦੀ ਜਿਹੜੀ ਸਰਵੋਚਤਾ ਹੈ ਉਹ ਰਾਖਵੀਂ ਹੈ। ਇਸ ਤਰ੍ਹਾਂ ਦਾ ਮੈਨੂੰ ਉਹਨਾਂ ਤੇ
ਮੈਂ ਉਹਨਾਂ ਦੀ ਇੱਕ ਕਵਿਤਾ ਤੋਂ ਬਹੁਤ ਮੁਤਾਸਰ ਹੁੰਦਾ ਸੀ। ਛੋਟੀ ਜੀ। ਜੀ ਕੁਝ ਲਾਈਨਾਂ ਨੇ ਜੋ ਮੇਰੇ ਦਿਲ ਤੇ ਕਦੀ ਮੈਂ ਨਹੀਂ ਭੁੱਲ ਸਕਦਾ ਇਹਨਾਂ ਨੂੰ। ਇੱਕ ਵਾਰੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜਸਪਾਲ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੇਰੀ ਇੱਕ ਗੱਲ ਸੁਣ ਲੈ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ, ਕਦੀ ਕਿਸੇ ਐਸੇ ਬੰਦੇ ਨਾਲ ਦੋਸਤੀ ਨਾ ਪਾਈ ਜਿਹਦੇ ਮੱਥੇ ਦਾ ਦੀਵਾ ਨਾ ਜਗ ਰਿਹਾ ਹੋਵੇ। ਮੈਂ ਕਿਹਾ ਅੱਛਾ ਜੀ। ਕਹਿੰਦਾ, ਸਿਰਫ ਦੋਸਤੀ ਉਹਦੇ ਨਾਲ ਕਰਨੀ ਹੈ ਜਿਹਦੇ ਮੱਥੇ ਦਾ ਦੀਵਾ ਜਗ ਰਿਹਾ ਹੋਵੇ। ਇੱਕ ਹੋਰ ਗੱਲ ਮੈਂ ਕਹਿ ਦਿਆਂ, ਇੱਕ ਮੈਨੂੰ ਉਹਨਾਂ ਨੇ ਗੱਲਾਂ 'ਚ, ਮੈਂ ਬਹੁਤ ਗੱਲਾਂ ਕਰਦਾ ਸੀ ਉਹਨਾਂ ਨਾਲ, ਗੱਲਾਂ 'ਚ ਮੈਨੂੰ ਕਿਹਾ ਕਿ ਜਸਪਾਲ, ਜੇ ਗਿਆਨ ਹਾਸਲ ਕਰਨਾ ਹੈ ਤਾਂ ਘਰੋਂ ਬਾਹਰ ਨਿਕਲਣਾ ਪਏਗਾ। ਜੀ। ਘਰੋਂ ਜਿਹੜਾ ਬਾਹਰ ਨਿਕਲਦਾ ਹੈ ਗਿਆਨ ਉਸਨੂੰ ਹਾਸਲ ਹੁੰਦਾ। ਮੈਂ ਤੁਹਾਨੂੰ ਸੱਚ ਦੱਸਾਂ ਕਿ ਜਿਹੜੇ ਤਜਰਬੇ ਮੈਨੂੰ ਹੋਏ ਜਦੋਂ ਮੈਂ ਦੁਨੀਆ ਨੂੰ ਘੁੰਮਿਆ ਔਰ ਉਸ ਨਜ਼ਰੀਏ ਨਾਲ ਘੁੰਮਿਆ ਕਿ ਮੈਂ ਸਮਝਾਂ, ਤੇ ਮੈਨੂੰ ਲੱਗਦਾ ਸੀ ਕਿ ਮੈਂ ਡਾਕਟਰ ਸਾਹਿਬ ਦੇ ਬਚਨਾਂ ਤੇ ਚੱਲ ਰਿਹਾ। ਉਹਨਾਂ ਦੀ ਇੱਕ ਕਵਿਤਾ ਮੈਨੂੰ ਬਹੁਤ ਮੁਤਾਸਰ ਕਰਦੀ ਹੈ, ਜਦੋਂ ਉਹਨਾਂ ਨੇ ਕਿਹਾ ਸੀ, ਆਪਣਾ ਸਿਰ ਕਟਾ ਕੇ ਤਲੀ ਤੇ ਟਿਕਾ ਕੇ ਜਿਉਣਾ ਬਹੁਤ ਮੁਸ਼ਕਿਲ ਹੈ। ਆਪਣਾ ਸਿਰ ਕਟਾ ਕੇ ਤਲੀ ਤੇ ਟਿਕਾ ਕੇ ਜਿਉਣਾ ਬਹੁਤ ਮੁਸ਼ਕਿਲ ਹੈ, ਪਰ ਆਪਣੇ ਮੱਥੇ ਵਿੱਚ ਜੋਤ ਇੱਕ ਜਗਾ ਕੇ ਦੁਨੀਆ ਦੇ ਝੱਖੜ ਚੋਂ ਅਣਬੁੱਝੇ ਲੰਘ ਜਾਣਾ, ਜੀ, ਇਹ ਵੀ ਕਿਹੜਾ ਸੌਖਾ ਹੈ। ਬਿਲਕੁਲ। ਦੇਖੋ ਕਿਆ ਕਮਾਲ ਕਵਿਤਾ ਹੈ ਕਿ ਆਪਣਾ ਸਿਰ ਕਟਾ ਕੇ ਤਲੀ ਤੇ ਟਿਕਾ ਕੇ ਜਿਉਣਾ ਬਹੁਤ ਮੁਸ਼ਕਿਲ ਹੈ, ਪਰ ਆਪਣੇ ਮੱਥੇ ਵਿੱਚ ਜੋਤ ਇੱਕ ਜਗਾ ਕੇ ਦੁਨੀਆ ਦੇ ਝੱਖੜ ਚੋਂ ਅਣਬੁੱਝਿਆ ਲੰਘ ਜਾਣਾ, ਇਹ ਵੀ ਕਿਹੜਾ ਸੌਖਾ ਹੈ। ਇਹ ਵੀ ਬਹੁਤ ਔਖਾ ਹੈ। ਆਪਣੇ ਮੱਥੇ ਦਾ ਦੀਵਾ ਜਗਦਾ ਰਵੇ। ਮੈਂ ਡਾਕਟਰ ਸਾਹਿਬ ਨੂੰ ਬਹੁਤ ਮੁਬਾਰਕਾਂ ਦਿੱਤੀਆਂ। ਮੈਂ ਕਿਹਾ, ਡਾਕਟਰ ਸਾਹਿਬ, ਇਹ ਤਾਂ ਜ਼ਿੰਦਗੀ ਦਾ ਫਲਸਫਾ ਬਣ ਗਿਆ, ਔਰ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਨੂੰ ਇਹ ਕਵਿਤਾ ਜਿਹੜੀ ਹੈ ਸੁਣਨੀ ਚਾਹੀਦੀ ਹੈ। ਫਿਰ ਡਾਕਟਰ ਸਾਹਿਬ ਦੀ ਇੱਕ ਕਵਿਤਾ ਮੈਂ ਕਦੀ ਨਹੀਂ ਭੁੱਲ ਸਕਦਾ। ਹੁਣੇ ਤੁਸੀਂ ਕਹਿ ਰਹੇ ਸੀ ਕਿ ਉਹ ਰੈਵੋਲੂਸ਼ਨਰੀ ਸਨ। ਜਿਹੜਾ ਸਾਹਿਤ ਦਾ ਬੰਦਾ ਹੈ, ਜਿਹੜਾ ਰੈਵੋਲੂਸ਼ਨ ਉਹਦਾ ਹੁੰਦਾ, ਉਹਦਾ ਕੋਈ ਮੁਕਾਬਲਾ ਨਹੀਂ ਹੁੰਦਾ। ਕਲਮ ਨਾਲ ਜੋ ਰੈਵੋਲੂਸ਼ਨ ਹੁੰਦਾ, ਉਸ ਦੀ ਆਪਣੀ ਅਹਿਮੀਅਤ ਹੁੰਦੀ ਹੈ। ਦਰਬਾਰ ਸਾਹਿਬ ਦਾ ਸਾਕਾ ਜਦੋਂ ਹੋਇਆ, ਬਲੂ ਸਟਾਰ ਆਪਰੇਸ਼ਨ ਹੋਇਆ, ਡਾਕਟਰ ਸਾਹਿਬ ਨੇ ਕਵਿਤਾ ਲਿਖ ਦਿੱਤੀ। ਮੇਰੇ ਤੇ ਬਹੁਤ ਸਖਤੀ ਹੋਈ ਸੀ ਉਸ ਦੌਰ ਵਿੱਚ, ਪਰ ਜਦੋਂ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਔਰ ਉਹਨਾਂ ਦੀ ਇਹ ਕਵਿਤਾ ਸੁਣੀ, ਮੇਰੇ ਤੇ NSA ਲਾ ਦਿੱਤਾ ਗਿਆ ਸੀ ਔਰ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਪਰ ਜਦੋਂ ਮੈਂ ਬਾਹਰ ਆਇਆ, ਮੈਂ ਡਾਕਟਰ ਸਾਹਿਬ ਦੀ ਇਹ ਕਵਿਤਾ ਪੜ੍ਹੀ, ਮੈਂ ਆਸ਼ਸ਼ ਕਰ ਉੱਠਿਆ। ਉਹ ਕਹਿੰਦੇ ਨੇ, ਦਿੱਲੀ ਨੇ ਜਦ ਅੰਮ੍ਰਿਤਸਰ ਤੇ ਜਮ ਕਰ ਹੁਕਮ ਚੜਾਇਆ, ਹੈਬਰ ਗੈਬਰ ਤੋਂ ਵੀ ਤਕੜਾ ਲੋਹੇ ਯਾਨ ਦੌੜਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਦੇਖੋ ਕਿਆ ਤੁਕਾਂ ਨੇ। ਦਿੱਲੀ ਨੇ ਜਦ ਅੰਮ੍ਰਿਤਸਰ ਤੇ ਜਮ ਕਰ ਹੁਕਮ ਚੜਾਇਆ, ਹੈਬਰ ਗੈਬਰ ਤੋਂ ਵੀ ਤਕੜਾ ਲੋਹੇ ਯਾਨ ਦੌੜਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਫੌਜਾਂ ਨੇ ਜਦ ਸੋਨ ਕਲਸ਼ ਤੇ, ਅਕਾਲ ਤਖਤ ਦਾ ਜਿਹੜਾ ਕਲਸ਼ ਹੈ, ਜਿਹੜਾ ਗੁੰਬਜ ਹੈ, ਫੌਜਾਂ ਨੇ ਜਦ ਸੋਨ ਕਲਸ਼ ਤੇ ਤੁਪਕ ਤਾਣ ਚਲਾਇਆ, ਖਖੜੀ ਖਖੜੀ ਹੋ ਕੇ ਡਿੱਗਾ ਮੇਰੇ ਸਿਰ ਦਾ ਸਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਉਹ ਫਿਰ ਕਹਿੰਦੇ ਨੇ, ਸੱਚਾ ਤਖਤ ਜਿੰਨੇ ਢਾਇਆ ਸੀ ਉਸੇ ਜਦੋਂ ਬਣਾਇਆ, ਸੱਚਾ ਤਖਤ ਜਿੰਨੇ ਢਾਇਆ ਸੀ ਉਸੇ ਜਦੋਂ ਬਣਾਇਆ, ਤਾਂ ਅਪਰਾਧੀ ਦੂਣਾ ਨਿਭਦਾ ਮੈਨੂੰ ਨਜ਼ਰੀ ਆਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਫਿਰ ਆਖਰੀ ਬੰਦ ਕਮਾਲ ਹੈ। ਆਖਰੀ ਬੰਦ ਹੈ, ਸਤਿਗੁਰ ਏਕ ਹੀ ਕਲਾ ਵਿਖਾਈ, ਸਤਿਗੁਰ ਏਕ ਹੀ ਕਲਾ ਵਿਖਾਈ, ਕੀ ਭਾਣਾ ਵਰਤਾਇਆ, ਮੈਂ ਪਾਪੀ ਦੀ ਸੋਧ ਲਈ ਤੂੰ ਆਪਣਾ ਘਰ ਟਠਵਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਮੈਂ ਪਾਪੀ ਦੀ ਸੋਧ ਲਈ ਤੂੰ ਆਪਣਾ ਘਰ ਟਠਵਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਮੈਂ ਸਮਝਦਾ ਕਿ ਇਸ ਤੋਂ ਵੱਡਾ ਰੈਵੋਲੂਸ਼ਨ ਜੋ ਇਸ ਕਵਿਤਾ ਵਿੱਚ ਉਹਨਾਂ ਨੇ ਲਿਖ ਦਿੱਤਾ, ਉਹਦਾ ਇੱਕ ਗੱਲ ਮੈਂ ਹੋਰ ਸੁਣਾਵਾਂ। 1984 ਨਵੰਬਰ ਵਿੱਚ ਮੇਰੇ ਘਰ ਨੂੰ ਅੱਗ ਲਾ ਦਿੱਤੀ। ਮੈਂ ਚਾਹਾਂਗਾ ਕਿ ਇੱਕ ਸਵਾਲ, ਜਸਪਾਲ ਸਿੰਘ ਜੀ, ਮੈਂ ਚਾਹਾਂਗਾ ਕਿ ਮੈਂ ਜੱਬਲ ਸਾਹਿਬ ਤੋਂ ਵੀ ਇੱਕ ਸਵਾਲ ਲੈ ਲਾਂ, ਫਿਰ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ, ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਨੂੰ ਜਿੰਨਾ ਸੁਣ ਲਿਆ ਜਾਏ, ਜਿੰਨਾ ਉਹਦੇ ਵਿੱਚ ਵੜਿਆ ਜਾਏ, ਉਨਾ ਘੱਟ ਹੈ। ਸੋ ਜੱਬਲ ਸਾਹਿਬ, ਮੈਂ ਤੁਹਾਡੇ ਤੋਂ ਵੀ ਮੁਬਾਰਕ ਦੇ ਤੁਸੀਂ ਪਾਤਰ ਹੋ, ਵਧਾਈ ਦੇ ਪਾਤਰ ਹੋ, ਕਿਉਂਕਿ ਇੱਕ ਬਹੁਤ ਹੀ ਬਾਮਿਸਾਲ ਤੁਸੀਂ ਪ੍ਰੋਗਰਾਮ ਦਾ ਸਫਰ ਜਿਹੜਾ ਹੈਗਾ ਆਗਾਜ਼ ਕੀਤਾ ਹੈਗਾ ਔਰ ਉਸ ਨੂੰ ਮੁਕੰਮਲ ਵੀ ਕੀਤਾ ਹੈਗਾ। ਸੋ ਸਮਾਗਮ ਵਿੱਚ ਡਾਕਟਰ ਹਰਭਜਨ ਸਿੰਘ ਜੀ ਦੀ ਯਾਦ ਵਿੱਚ ਕੁਝ ਮਤੇ ਵੀ ਲਿਖੇ ਗਏ ਨੇ, ਜੇਕਰ ਮੈਂ ਗਲਤ ਨਹੀਂ ਹਾਂ ਤਾਂ। ਉਹਨਾਂ ਮਤਿਆਂ ਵਿੱਚ ਕੀ ਸ਼ਾਮਲ ਹੈ, ਤੁਹਾਡੇ ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਅਤੇ ਹੁਣ ਜਦੋਂ ਇਹ ਸਮਾਗਮ ਇੱਕ ਅਮਿਟ ਛਾਪ ਛੱਡ ਚੁੱਕਾ ਹੈ, ਤਾਂ ਇਸ ਦੀ ਸਫਲਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਜਿਹੜਾ ਖਾਸ ਸਮਾਗਮ ਹੋਇਆ, ਇਹ ਭਾਰਤ ਵਿੱਚ ਨਹੀਂ ਬਲਕਿ ਕੈਨੇਡਾ ਦੀ ਧਰਤੀ ਤੇ ਕੀਤਾ ਗਿਆ। ਮਾਨੀ ਸਾਹਿਬ, ਸਭ ਤੋਂ ਪਹਿਲਾਂ ਤਾਂ
ਜਿਸ ਤਰ੍ਹਾਂ ਕਿ ਭਾਈ ਸਾਹਿਬ ਜੈਤ ਸਿੰਘ ਜੀ ਆਨੰਦ ਸਾਹਿਬ ਜੀ ਨੇ ਦੱਸਿਆ ਆ ਕਿ ਇਹ ਆਪਾਂ ਜਿਹੜਾ ਸਮਾਗਮ ਇੱਥੇ ਕੀਤਾ, ਤੁਹਾਨੂੰ ਪਤਾ ਵੀ ਜੀ ਤੁਸੀਂ ਪੁੱਛਿਆ ਸੀ ਕਿੰਨੀਆਂ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ ਹੈ, ਕਿੰਨੇ ਕੁ ਜਾਣੇ ਉੱਥੇ ਪਹੁੰਚੇ ਨੇ। ਪਹਿਲਾਂ ਤਾਂ ਇਹ ਜੀ ਸੀਗਾ ਕਿਉਂਕਿ ਕੋਵਿਡ-19 ਕਰਕੇ ਤੁਹਾਨੂੰ ਪਤਾ ਵੀ ਸਾਡੀ ਥੋੜੀ ਜਿਹੀ ਲਿਮਟ ਸੀਗੀ, ਕਿਉਂਕਿ ਸਾਡੇ ਇੱਥੇ ਬਿਲਕੁਲ ਕੈਨੇਡਾ ਦੇ ਵਿੱਚ ਜਾਨੇ BC ਦੀ ਧਰਤੀ ਤੇ 50 ਦੀ ਗਿਣਤੀ ਉਹਨਾਂ ਨੇ ਕੀਤੀ ਹੋਈ ਸੀ ਕਿ 50 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ ਚਾਹੇ ਕੋਈ ਵੀ ਜੀ ਸਮਾਗਮ ਹੋਵੇ। ਤਾਂ ਜੀ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅਸੀਂ ਸੰਗਤਾਂ ਨੂੰ ਵੀ ਪਹਿਲਾਂ ਬੇਨਤੀ ਕਰਤੀ ਸੀ ਪਲੀਜ਼ 50 ਬੰਦੇ ਹੀ ਆ ਸਕਦੇ ਆ, ਜੇ ਬਾਕੀ ਜਿਹੜੇ ਆ ਸਾਡੀ ਜਿਹੜੀ ਕੈਨੇਡੀਅਨ ਰਾਮਗੜੀਆ ਸੁਸਾਇਟੀ ਦੀ ਵੈਬਸਾਈਟ ਆ ਉਹ ਲਾਈਵ ਹੁੰਦੀ ਹੈ, ਹਰ ਵੇਲੇ ਤੁਸੀਂ ਘਰ ਬੈਠੇ ਵੀ ਦੇਖ ਸਕਦੇ ਆ। ਸੋ ਇਸ ਜੀ ਤਰ੍ਹਾਂ ਫਿਰ ਜਿਹੜੀਆਂ ਸੰਸਥਾਵਾਂ ਪਹੁੰਚੀਆਂ ਸੀ ਉੱਥੇ ਫਿਰ ਜਿਹੜੇ ਇਦਾਂ ਮਤੇ ਪਾਸ ਕੀਤੇ, ਕਿਉਂਕਿ ਜਿੱਦਾਂ ਕਿ ਭਾਈ ਸਾਹਿਬ ਜਸਪਾਲ ਸਿੰਘ ਜੀ ਪ੍ਰੋਫੈਸਰ ਸਾਹਿਬ ਇਹ ਦੱਸ ਰਹੇ ਨੇ, ਕਿਉਂਕਿ ਇਹ ਬਹੁਤ ਅਹਿਮ ਸੀਗਾ ਜਿਹੜੀ ਇਹਨਾਂ ਦਾ ਡਾਕਟਰ ਸਾਹਿਬ ਦਾ ਜੀਵਨ ਆ, ਜ਼ਿੰਦਗੀ ਆ। ਤੇ ਉੱਥੇ ਜਿਹੜੇ ਮਤੇ ਪਾਸ ਕੇ 2 ਮਤੇ ਪਾਸ ਕੀਤੇ ਗਏ ਨੇ ਜੀ। ਇੱਕ ਤਾਂ ਜੀ ਮਤਾ ਸੀਗਾ ਆਪਣੀ ਜਿਹੜੀ ਸੰਸਥਾ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਸੰਬੰਧ ਵਿੱਚ ਆ, ਤੇ ਦੂਸਰਾ ਜੀ ਹੈਗਾ ਆ ਇੰਡੀਆ ਦੀ ਸਰਕਾਰ ਦੇ ਸੰਬੰਧ ਵਿੱਚ ਹੈ। ਮੈਂ ਦੋਨੋਂ ਮਤੇ ਜੀ ਤੁਹਾਨੂੰ ਡਿਟੇਲ ਦੇ ਵਿੱਚ ਥੋੜੇ ਜਿਹੇ ਦੱਸਦਾ ਆ। ਇੱਕ ਤਾਂ ਬਿਲਕੁਲ ਹੈ ਜਿਹੜਾ ਬਿਲਕੁਲ ਪਹਿਲਾ ਮਤਾ ਸੀਗਾ ਉਹ ਸੀਗਾ ਵੀ ਸਿੱਖ ਕੌਮ ਦੇ ਨਾਮਵਰ ਵਿਦਵਾਨ, ਚਿੰਤਕ, ਆਲੋਚਕ, ਅਨੁਵਾਦਕ ਅਤੇ ਸਫਲ ਅਧਿਆਪਕ ਡਾਕਟਰ ਹਰਭਜਨ ਸਿੰਘ ਨਵੀਂ ਦਿੱਲੀ ਦੀ ਪਹਿਲੀ ਜਨਮ ਸ਼ਤਾਬਦੀ ਦੇ ਸੰਦਰਭ ਵਿੱਚ ਅੱਜ ਮਿਤੀ 16 ਅਗਸਤ 2020 16 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ ਕੈਨੇਡਾ ਵਿੱਚ ਹੋਏ ਇੱਕ ਡਾਕਟਰ ਹਰਭਜਨ ਸਿੰਘ ਯਾਦਗਾਰੀ ਸਮਾਗਮ ਸਰੀ ਜੀ ਕੈਨੇਡੀਅਨ ਰਾਮਗੜੀਆ ਸੁਸਾਇਟੀ ਵੱਲੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਇੱਕ ਮਤੇ ਰਾਹੀਂ ਪ੍ਰਸਤਾਵ ਰੱਖਿਆ ਜਾਂਦਾ ਹੈ ਕਿ ਸਿੱਖ ਕੌਮ ਦੇ ਨਾਮਵਰ ਵਿਦਵਾਨ ਤੇ ਚਿੰਤਕ ਦੀ ਤਸਵੀਰ ਜਿਹੜਾ ਪੋਰਟਰੇਟ ਹੁੰਦਾ ਹੈ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਜਾਵੇ। ਇੱਕ ਮਤਾ ਇਹ ਸੀਗਾ, ਫਿਰ ਮੈਂ ਬਾਕੀ ਡਿਟੇਲ ਚ ਬਾਅਦ ਦੱਸਦਾ। ਤੇ ਦੂਸਰਾ ਮਤਾ ਸੀਗਾ ਜਿਹੜਾ ਕਿ ਭਾਰਤ ਸਰਕਾਰ ਦੇ ਨਾਲ ਸੰਬੰਧ ਰੱਖਦਾ ਹੈ ਕਿ ਅੱਜ ਦਾ ਇਹ ਪ੍ਰਤੀਨਿਧ ਇਕੱਠ ਭਾਰਤ ਸਰਕਾਰ ਦੇ ਸੰਚਾਰ ਤੇ ਪ੍ਰਸਾਰਣ ਵਿਭਾਗ ਨਵੀਂ ਦਿੱਲੀ ਅੱਗੇ ਪ੍ਰਸਤਾਵ ਰੱਖਦਾ ਹੈ ਕਿ ਜਿਸ ਤਰ੍ਹਾਂ ਵਿਭਾਗ ਦੂਜੀਆਂ ਭਾਸ਼ਾਵਾਂ ਕੰਨੜ, ਤੇਲਗੂ, ਬੰਗਾਲੀ ਦੇ ਵਿਦਵਾਨਾਂ ਦੀਆਂ ਸਮੇਂ-ਸਮੇਂ ਯਾਦਗਾਰੀ ਡਾਕ ਟਿਕਟ ਤੇ ਫੋਲਡਰ ਤਿਆਰ ਕਰਕੇ ਰਿਲੀਜ਼ ਕਰਦੇ ਹਨ, ਉਸੇ ਤਰ੍ਹਾਂ ਜੀ ਤੇ ਪੰਜਾਬ ਦੇ ਇਸ ਨਾਮਵਰ ਵਿਦਵਾਨ ਤੇ ਚਿੰਤਕ ਡਾਕਟਰ ਹਰਭਜਨ ਸਿੰਘ ਦੀ ਡਾਕ ਟਿਕਟ ਜਾਰੀ ਕੀਤੀ ਜਾਵੇ ਜਿਸ ਨੇ ਸਮੁੱਚਾ ਜੀਵਨ ਭਾਰਤੀ ਸਾਧ ਦੇ ਲੇਖੇ ਲਾ ਦਿੱਤਾ। ਇਹ ਦੂਜਾ ਮਤਾ ਸੀਗਾ। ਇਹ ਪੇਸ਼ ਕੀਤੇ ਜਿਹੜੇ ਸੀਗੇ ਮਤੇ ਜਿਹੜੇ ਸੀਗੇ ਆਪਣੀ ਕੈਨੇਡੀਅਨ ਰਾਮਗੜੀਆ ਸੁਸਾਇਟੀ ਵੱਲੋਂ ਪੇਸ਼ ਕੀਤੇ ਗਏ ਸੀ। ਦਾਸ ਨੇ ਇਹਨਾਂ ਨੂੰ ਮੂਵ ਕੀਤਾ ਸੀ ਤੇ ਇਹਨਾਂ ਦੇ ਮਤੇ ਦੀ ਤਈਦ ਜਿਹੜੀ ਆ ਭਾਈ ਸਾਹਿਬ ਜੈਤ ਸਿੰਘ ਆਨੰਦ ਜੋ ਕਿ ਫਾਊਂਡਿੰਗ ਡਾਇਰੈਕਟਰ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਦੇ ਨੇ, ਉਹਨਾਂ ਨੇ ਇਹਦੀ ਤਾਇਦ ਕੀਤੀ ਸੀ। ਤੇ ਇਸੇ ਜੀ ਤਰ੍ਹਾਂ ਇਹਦੀ ਤਾਇਦ ਮਜੀਦ ਸਰਦਾਰ ਬਿਕਰ ਸਿੰਘ ਖੋਸਾ ਪ੍ਰਧਾਨ ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ ਉਹਨਾਂ ਨੇ ਕੀਤੀ ਸੀਗੀ। ਤੇ ਉਸ ਤੋਂ ਬਾਅਦ ਸੰਗਤ ਦੇ ਜਕਾਰਿਆਂ ਦੇ ਨਾਲ ਉਹ ਇਹਨਾਂ ਦੀ ਪ੍ਰਵਾਨਗੀ ਦਿੱਤੀ। ਉਹ ਇਸ ਤਰ੍ਹਾਂ ਬੜੀ ਖੁਸ਼ੀ ਪ੍ਰਵਾਨਗੀ ਕੀਤੀ ਤੇ ਇਹ ਮਤੇ ਹੁਣ ਅਸੀਂ ਸਾਡਾ ਇਹ ਸਾਰੇ ਜਿੰਨੀ ਵੀ ਆਪਣੀਆਂ ਸਿੱਖ ਸੰਸਥਾਵਾਂ ਜਾਂ ਕੋਈ ਵੀ ਸੰਸਥਾਵਾਂ ਹੈਗੀਆਂ ਸਾਧ ਪ੍ਰੇਮੀ ਹੈਗੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ, ਹੱਥ ਜੋੜ ਕੇ ਨਿਵੇਦਨ ਕਰਾਂਗੇ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਇਹਦੇ ਤੇ ਫੁੱਲ ਚੜਾ ਕੇ ਜਿਹੜੀ ਆਪਣੇ ਭਾਈ ਸਾਹਿਬ ਦੀ ਡਾਕਟਰ ਸਾਹਿਬ ਜੀ ਦੀ ਜਿਹੜੀ ਯਾਦਗਾਰ ਆ ਉਹਨੂੰ ਆਪਾਂ ਕਾਇਮ ਰੱਖ ਸਕੀਏ। ਜਿਹੜਾ ਉਹਨਾਂ ਨੇ ਸਫਲ ਕੰਮ ਕੀਤੇ ਨੇ ਸਾਧ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਨੇ ਤੇ ਉਹਨਾਂ ਦੇ ਜਿਹੜੀ ਯਾਦ ਆ ਨੂੰ ਆਬਾਦ ਤੇ ਤਾਜ਼ਾ ਰੱਖਣ ਲਈ ਆਪਣਾ ਯੋਗਦਾਨ ਪਾਈਏ। ਤੇ ਸਾਰਿਆਂ ਨੂੰ ਸਾਥ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਵੀ ਹੋ ਸਕੇ ਰੈਜ਼ੋਲੂਸ਼ਨ ਪਾਸ ਕਰਕੇ ਜਾਂ ਲਿਖ ਕੇ ਕਾਲਮਾਂ 'ਚ ਲਿਖ ਕੇ ਜਿੱਦਾਂ ਵੀ ਕਰ ਸਕਦੇ ਆ, ਆਓ ਆਪਾਂ ਉਹਨਾਂ ਦੇ ਇਹ ਜਿਹੜੇ ਮਤਿਆਂ ਤੇ ਫੁੱਲ ਚੜਾ ਸਕੀਏ। ਸੋ ਮੈਂ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਸੀਗਾ ਤੇ ਇਹ ਇੰਨੀ ਮੇਰੀ ਜੁਬੂਦਾ ਵੀ ਤੁਹਾਡੇ ਰਾਹੀਂ ਇਹ ਬੇਨਤੀ ਸਾਰੇ ਸੰਸਾਰ ਵਿੱਚ ਪਹੁੰਚੇਗੀ। ਬਿਲਕੁਲ ਬਿਲਕੁਲ ਜ਼ਰੂਰ ਪਹੁੰਚੇਗੀ ਜੀ। ਹਰ ਦੇਖਣ ਵਾਲਾ ਆਸ਼ਾਸ਼ ਕਰ ਉਠੇਗਾ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਜਿਹੜੇ ਹੋ ਰਹੇ ਨੇ, ਸਮਾਗਮ ਜਿਹੜੇ ਹੋ ਰਹੇ ਨੇ ਔਰ ਬਹੁਤ ਜ਼ਰੂਰੀ ਵੀ ਨੇ। ਜੈਤ ਸਿੰਘ ਆਨੰਦ ਸਾਹਿਬ, ਮੈਂ ਤੁਹਾਡੇ ਤੋਂ ਆਵਾਂਗਾ ਔਰ ਤੁਹਾਡੇ ਤੋਂ ਜ਼ਰੂਰੀ ਇੱਕ ਅਹਿਮ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ ਕਿ ਪੰਜਾਬੀ ਸਾਹਿਤ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਡਾਕਟਰ ਹਰਭਜਨ ਸਿੰਘ ਜੀ ਸਨ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਮੋੜ ਦਿੱਤਾ ਜਿਸ ਨਾਲ ਸ਼ਬਦਾਂ ਦੀ ਤਾਕਤ ਨੂੰ ਹੋਰ ਬਲ ਮਿਲਿਆ। ਮੇਰੀ ਨਜ਼ਰ ਵਿੱਚ ਇੱਕ ਬਹੁਪੱਖੀ ਸਨ। ਉਹ ਇੱਕ ਗੁਰਬਾਣੀ ਦੇ ਬੜੇ ਵੱਡੇ ਵਿਆਖਿਆਕਾਰ ਸਨ ਔਰ ਇੱਕ ਚੰਗੇ ਸੰਪਾਦਕ ਸਨ, ਅਨੁਵਾਦਕ ਸਨ
ਉਹਨਾਂ ਦਾ ਜਿਹੜਾ ਵੀ ਪੱਖ ਫੜਿਆ ਜਾਵੇ ਉਹ ਇਹੋ ਜਿਹਾ ਸੀ ਕਿ ਉਹਦੇ 'ਚ ਅਸੀਮ ਸਨ, ਉਹਦੀ ਕੋਈ ਹੱਦ ਨਹੀਂ ਸੀ। ਉਹਨਾਂ ਨੇ ਜੀ ਜਿੰਨਾ ਕੁਝ ਵੀ ਕੀਤਾ, ਵਿਸ਼ੇਸ਼ ਤੌਰ ਤੇ ਜਿਵੇਂ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਦੱਸਿਆ, ਕਵਿਤਾ ਦੇ ਖੇਤਰ ਦੇ ਵਿੱਚ ਤੇ ਜੋ ਉਹਨਾਂ ਦੀ ਬੁਲੰਦੀ ਸੀ ਉਹਦੇ ਪਾਏ ਦਾ ਅਜੇ ਤੱਕ ਕੋਈ ਆਇਆ ਨਹੀਂ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ। ਔਰ ਜੀ ਜਿੱਥੋਂ ਮੈਂ ਜਿਹੜੀਆਂ ਮੈਨੂੰ ਉਹਨਾਂ ਨਾਲ 3-4 ਵਾਰ ਵਿਚਰਨ ਦਾ ਮੌਕਾ ਮਿਲ ਰਿਹਾ ਹੈ, ਔਰ ਮੈਨੂੰ ਜਿਹੜੀ ਪਹਿਲੀ ਮੁਲਾਕਾਤ ਕੋਈ ਕਰੀਬ 1980-82 ਦੇ ਵਿੱਚ ਚੰਡੀਗੜ੍ਹ ਦੇ ਰਾਜ ਭਵਨ ਦੇ ਵਿੱਚ ਹਰਿਆਣਾ ਸਾਹਿਤ ਅਕੈਡਮੀ ਦੇ ਵਿੱਚ ਮੇਰੀ ਮੁਲਾਕਾਤ ਹੋਈ ਸੀ। ਤੇ ਉਹਨਾਂ ਦੀ ਜਿਹੜਾ ਜਿਹੜੀ ਦੋਸਤ ਸੀ ਕਰਤਾਰ ਸਿੰਘ ਸੁਮੇਰ, ਉਹ ਮੇਰੇ ਵੀ ਇੱਕ ਗੂੜ੍ਹੇ ਮਿੱਤਰ ਸਨ। ਔਰ ਉਹ ਸਮਾਗਮ ਦੇ ਵਿੱਚ ਕਰਤਾਰ ਸਿੰਘ ਸੁਮੇਰ ਨੂੰ ਆਨਰ ਕਰਨਾ ਸੀ, ਔਰ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਉਹਨਾਂ ਨਾਲ ਮੇਰੀ ਮੁਲਾਕਾਤ ਵਸੀਲਾ ਬਣਿਆ ਸੀ। ਔਰ ਇਸੇ ਤਰ੍ਹਾਂ ਜਿਹੜੀ ਮੇਰੀ ਦੂਜੀ ਮੁਲਾਕਾਤ ਸੀ ਉਹ ਮੈਨੂੰ ਕੇਸ਼ਵ ਬਿਲਡਿੰਗ ਕਰਨਾਲ, ਜਿੱਥੇ ਕਰਤਾਰ ਸਿੰਘ ਸੁਮੇਰ ਰਹਿੰਦਾ ਸੀ, ਉਹਨੇ ਕਈ ਵਾਰ ਮੈਨੂੰ ਸੱਦਾ ਦਿੱਤਾ ਸੀ, ਕਦੇ ਆਓ ਆਓ। ਤੇ ਮੈਂ ਜਦੋਂ ਉੱਥੇ ਗਿਆ ਸਾਂ ਤੇ ਬੜਾ ਕਰਤਾਰ ਸਿੰਘ ਸੁਮੇਰ ਖੁਸ਼ ਹੋਇਆ ਮੇਰੀ ਆਮਦ ਤੇ। ਉਹ 7ਵੇਂ ਅਸਮਾਨ ਵਿੱਚ ਉਹਦੀ ਖੁਸ਼ੀ ਸੀ। ਉਹਨੇ ਕਿਹਾ ਕਿ ਵੀ ਅੱਜ ਡਾਕਟਰ ਸਾਹਿਬ ਆ ਰਹੇ ਨੇ ਅਤੇ ਆਪਾਂ ਸ਼ਾਮ ਨੂੰ ਇੱਕ ਚੰਗਾ ਮੁਸ਼ਾਇਰਾ ਕਰਾਂਗੇ ਔਰ ਇੱਕ ਕਵੀ ਦਰਬਾਰ ਕਰਾਂਗੇ। ਉਹਨੇ ਲੋਕ ਕਵੀਆਂ ਨੂੰ ਬੁਲਾਇਆ ਸੀ ਤੇ ਸ਼ਾਮ ਨੂੰ ਡਾਕਟਰ ਸਾਹਿਬ ਤੇ ਉਹਨਾਂ ਦੀ ਇੱਕ ਵਿਦਿਆਰਥਣ ਜਿਹੜੀ ਮਾਤਾ ਸੁੰਦਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸਨ, ਮਹਿੰਦਰ ਕੌਰ ਗਿੱਲ, ਉਹ ਦੋਨੋਂ ਜਾਣੇ ਆਏ। ਇਹ ਮੇਰੀ ਉਹਨਾਂ ਨਾਲ ਦੂਜੀ ਮੁਲਾਕਾਤ ਸੀ। ਔਰ ਇਸ ਟਾਈਮ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਸਨ ਉਹਦੇ ਵਿੱਚ ਜ਼ਿਆਦਾ ਦਰਦ ਜਿਹੜਾ ਹੈ 1984 ਦੇ ਨਾਲ ਸੰਬੰਧਿਤ ਸੀ। ਉਹਨਾਂ ਨੇ ਕਾਫੀ ਕਵਿਤਾਵਾਂ ਦੇਰ ਰਾਤ ਤੱਕ ਅਸੀਂ ਉਹਨੂੰ ਸੁਣੀਆਂ, ਇੰਜੋਏ ਕੀਤਾ। ਉਹਨਾਂ ਦੀ ਜ਼ਿੰਦਗੀ ਦੇ ਕਈ ਜਿਹੜੀਆਂ ਪੜਤਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹ ਮੇਰਾ ਉਹਨਾਂ ਨਾਲ ਦੂਜਾ ਜੋ ਕੁਛ ਵੀ ਸੀ। ਉਹ ਇਸੇ ਤਰ੍ਹਾਂ ਮੇਰੀ ਜਿਹੜੀ ਅੰਤਿਮ ਮੁਲਾਕਾਤ, ਮੇਰੇ ਇੱਕ ਦਿੱਲੀ ਦੇ ਵਿੱਚ ਮਿੱਤਰ ਸਨ, ਉਹ ਇਨਕਮ ਟੈਕਸ ਦੇ ਕਮਿਸ਼ਨਰ ਸਨ, ਹਿਤਕਾਰੀ, ਔਰ ਉਹਨਾਂ ਨੇ ਨਮਾਇਸ਼ ਆਪਣੇ ਫੁਲਕਾਰੀਆਂ ਦੀ ਲਾਈ ਸੀ ਆਈਪੈਕਸ ਦੇ ਵਿੱਚ। ਤੇ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਕਿ ਤੁਸੀਂ ਜ਼ਰੂਰ ਆਉਣਾ। ਮੈਂ ਚੰਡੀਗੜ੍ਹ ਤੋਂ ਐਗਜ਼ੀਬਿਸ਼ਨ 'ਚ ਗਿਆ। ਰਾਮੂ ਵਾਲੀਆ ਉਹਦਾ ਮੇਨ ਜਿਹੜਾ ਸੀ ਜਿਹਨੇ ਉਦਘਾਟਨ ਕਰਨਾ ਸੀ। ਤੇ ਉਹਦੇ ਵਿੱਚ ਜਦੋਂ ਮੈਂ ਦੇਖਿਆ ਕਿ ਡਾਕਟਰ ਸਾਹਿਬ ਆਏ ਨੇ, ਹੋਰ ਬੜੇ ਅਦੀਬ ਆਏ ਨੇ, ਮੇਰੀ ਬੜੀ ਖੁਸ਼ੀ ਸੀ। ਤੇ ਡਾਕਟਰ ਸਾਹਿਬ ਨੂੰ ਸਮਾਗਮ ਤੋਂ ਮਗਰੋਂ ਅਸੀਂ ਲਾਹੌਰ ਚਲੇ ਗਿਆ। ਮੈਂ ਕੁਛ ਉਹਨਾਂ ਦੇ ਪੋਰਟਰੇਟਸ ਕੈਪਚਰ ਕੀਤੇ ਨੇ। ਉਹ ਡਾਕਟਰ ਸਾਹਿਬ ਨਾਲ ਪੰਜਾਬੀ ਅਦਬ ਦੇ ਹਵਾਲੇ ਨਾਲ, ਸਾਹਿਤ ਦੇ ਹਵਾਲੇ ਨਾਲ ਕਾਫੀ ਕੁਛ ਅਸੀਂ ਉਹਦੇ ਨਾਲ ਸੰਵਾਦ ਅਸੀਂ ਕੀਤਾ। ਇਹ ਮੇਰੀਆਂ ਸਨ। ਮਗਰ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਕਵਿਤਾ ਦੇ ਬਾਰੇ, ਉਹਨਾਂ ਦੇ ਜਿਹੜੀ ਉਹਨਾਂ ਦੀ ਸਟੱਡੀ ਹੈ, ਜਿਹੜੀ ਬਹੁਪੱਖੀ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਨੇ, ਉਹਦੇ ਬਾਰੇ ਤਾਂ ਮੇਰਾ ਖਿਆਲ ਹੈ ਕਿ ਡਾਕਟਰ ਜਸਪਾਲ ਸਿੰਘ ਹੋਰਾਂ ਤੋਂ ਉੱਤੇ ਕੋਈ, ਜਾਂ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਹੋਰ ਸਮਕਾਲੀ ਨੇ, ਭਾਵੇਂ ਅੱਜ ਅਸੀਂ ਉਹਨਾਂ ਨੂੰ ਨਹੀਂ ਇਹਦੇ 'ਚ ਕਾਲ ਕਰ ਸਕੇ, ਇਹਨਾਂ ਦਾ ਜ਼ਿਆਦਾ ਉਹਨਾਂ ਦੀ ਸਟੱਡੀ ਹੈ, ਇਹਦੇ ਬਾਰੇ ਵਧੇਰੇ ਉਹ ਦੱਸਣਗੇ। ਔਰ ਮੈਨੂੰ ਇੱਕ ਦੋ ਗੱਲਾਂ ਮੈਂ ਜ਼ਰੂਰ ਸ਼ੇਅਰ ਕਰਨੀਆਂ ਚਾਹਾਂਗਾ ਕਿ 1971-72 ਦੇ ਵਿੱਚ ਇੱਕ ਪਰਚਾ ਦਿੱਲੀ ਤੋਂ ਸ਼ੁਰੂ ਹੋਇਆ ਸੀ। ਉਹਦਾ ਨਾਂ ਸੀ ਸੁਚਿੱਤਰ ਕੌਮੀ ਏਕਤਾ। ਸੁਚਿੱਤਰ ਕੌਮੀ ਏਕਤਾ ਜਿਹੜਾ ਮਾਲਕ ਸੀ ਉਹ ਰਜਿੰਦਰ ਸਿੰਘ ਭਾਟੀਆ ਸੀ। ਮਗਰ ਉਹ ਪਰਚੇ ਨੂੰ ਜਿਹੜਾ ਐਡਿਟ ਕਰਦੇ ਸਨ, ਉਹ ਐਡਿਟਰ ਡਾਕਟਰ ਸਾਹਿਬ ਹੀ ਕਰਦੇ ਸਨ। ਉਹ ਜਿਹੜੇ ਯਾਦਗਾਰੀ ਅੰਕ ਹੋਏ, ਉਹ ਮੇਰੇ ਕੋਲ ਅਜੇ ਤੱਕ ਸਭ ਇਹਨੇ ਮੈਂ ਉਹਦੀਆਂ ਜਲਦਾਂ ਬਣਾਈਆਂ ਹੋਈਆਂ ਨੇ। ਉਹ ਇਹੋ ਜਿਹੇ ਯਾਦਗਾਰੀ ਅੰਕ ਨੇ, ਉਹ ਕਦੇ ਵੀ ਜਿਹੜੇ ਨੇ ਸਾਡੇ ਵਿਰਸੇ ਤੇ ਵਿਰਾਸਤ ਨੂੰ, ਸਾਡੇ ਸਾਹਿਤ ਨੂੰ, ਸਾਡੇ ਜੀਵਨ ਨੂੰ ਦੇ ਨਾਲ ਸਮਝਯੋਗ ਨੇ। ਇਸੇ ਤਰ੍ਹਾਂ ਇੱਕ ਜਿਹੜਾ ਉਹਨਾਂ ਦਾ ਬੜਾ ਵੱਡਾ ਕਾਰਜ ਮੈਨੂੰ ਯਾਦ ਹੈ ਕਿ ਦੱਸਿਆ ਕਿ ਗੁਰਬਾਣੀ ਦੇ ਬੜੇ ਵਿਆਖਿਆਕਾਰ ਨੇ। ਇੱਕ ਜਿਹੜਾ ਦਿੱਲੀ ਦੂਰਦਰਸ਼ਨ ਨੇ ਇੱਕ ਪ੍ਰੋਗਰਾਮ ਕੀਤਾ ਸੀ, ਉਹਦਾ ਨਾਂ ਸੀ ਗਾਵੋ ਸੱਚੀ ਬਾਣੀ। ਗਾਵੋ ਸੱਚੀ ਬਾਣੀ ਦਾ ਜਿਹੜਾ ਸੀ ਵਿਜ਼ਨ ਜਿਹੜਾ ਸੀ ਉਹ ਡਾਕਟਰ ਸਾਹਿਬ ਦਾ ਹੀ ਸੀ। ਉਹ 15 ਮਿੰਟ ਦਾ ਪ੍ਰੋਗਰਾਮ ਹੁੰਦਾ ਸੀ। ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ 5 ਮਿੰਟ ਕਿਸੇ ਸ਼ਬਦ ਦੀ ਹਿੰਦੀ ਦੇ ਵਿੱਚ ਵਿਆਖਿਆ ਕਰਦੇ ਸਨ। ਉਹ ਵਿਆਖਿਆ ਕਰਨ ਤੋਂ ਮਗਰੋਂ ਜਿਹੜਾ 10 ਮਿੰਟ ਦਾ ਬਾਅਦ ਵਿੱਚ ਕਲਾਸੀਕਲ ਜਿਹੜਾ ਹੁੰਦਾ ਸੀ ਗੁਰਬਾਣੀ ਗਾਇਨ, ਉਹ ਡਿਫਰੈਂਟ ਜਿਹੜੇ ਨਾਮਵਰ ਰਾਗੀ ਜਿਹੜੇ ਸਨ ਉਹਨਾਂ ਤੋਂ ਕਰਵਾਇਆ ਜਾਂਦਾ ਸੀ। ਉਹ ਵੀ ਜਿਹੜਾ ਡਾਕਟਰ ਸਾਹਿਬ ਦੇ ਹਵਾਲੇ ਨਾਲ ਦੱਸ ਰਿਹਾ ਕਿ ਜੋ ਉਹਨਾਂ ਨੇ ਕੀਤਾ ਉਹ ਇੱਕ ਬਹੁਤ ਹੀ
ਤਗੜਾ ਕਾਰਜ ਕੀਤਾ ਹੈ। ਔਰ ਇਸੇ ਤਰ੍ਹਾਂ ਹੀ ਉਹਨਾਂ ਦਾ ਇੱਕ ਵਿਦਿਆਰਥੀ ਜਗਤਾਰਜੀਤ ਹੈ, ਜਿਹੜਾ ਇੱਕ ਦਿਨ ਪਹਿਲਾਂ ਵੀ ਉਹਨਾਂ ਦੇ ਨੂੰ ਮਿਲਿਆ, ਔਰ ਉਹਨਾਂ ਦੀ ਕਿਤਾਬ ਰੀਸੈਂਟਲੀ ਆਈ ਹੈ, ਔਰ ਅਸੀਂ ਉਹ ਕਿਤਾਬ ਇੱਥੇ ਰਿਲੀਜ਼ ਕਰਨੀ ਚਾਹੁੰਦੇ ਸਾਂ, ਮਗਰ ਸਾਡੇ ਕੋਰੀਅਰ ਦੀ ਜਿਹੜੀ ਹੈ ਇੰਟਰਨੈਸ਼ਨਲ ਸਰਵਿਸ ਨਾ ਮਿਲਣ ਕਰਕੇ ਉਹ ਨਹੀਂ ਹੋ ਸਕੀ। ਔਰ ਜਿਹਦੇ ਵਿੱਚ ਉਹਨਾਂ ਦੀ ਅਣਛਪਿਆ ਜਿਹੜਾ ਕੰਮ ਹੈ, ਜੋ ਮੈਨੂੰ ਪਤਾ ਲੱਗਾ ਹੈ, ਉਹ ਕਾਫੀ ਛਪਿਆ ਹੋਇਆ ਹੈ, ਜਿਹਦੇ ਵਿੱਚ ਡਾਕਟਰ ਹਰਭਜਨ ਸਿੰਘ ਹੋਰਾਂ ਨੇ ਉਹਨਾਂ ਦੇ ਉੱਤੇ ਇੱਕ ਮੈਨੂੰ ਰਿਵਿਊ ਵੀ ਭੇਜਿਆ, ਪ੍ਰੋਫੈਸਰ ਬਲਕਾਰ ਸਿੰਘ ਨੇ ਵੀ ਭੇਜਿਆ। ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਵੱਡੀ ਗਿਣਤੀ ਤੱਕ ਲੋਕਾਂ ਤੱਕ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਪਹੁੰਚਾਈਆਂ ਜਾਣ, ਤਾਂ ਕਿ ਉਹਨਾਂ ਦਾ ਜਿਹੜਾ ਗਿਆਨ ਹੈ, ਉਹਨਾਂ ਦੇ ਜਿਹੜੇ ਥਾਟ ਨੇ, ਉਹਨਾਂ ਨੂੰ ਵੱਡੀ ਗਿਣਤੀ 'ਚ ਅਸੀਂ ਸਪਰੈਡ ਕਰੀਏ। ਇਹ ਸਾਡਾ ਇੱਕ ਮਕਸਦ ਬਣਿਆ ਹੋਇਆ ਹੈ ਅਸੀਂ। ਔਰ ਮੈਂ ਇੱਕ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਸਾਂ, ਜਿਹੜਾ ਅੱਜ ਦਾ ਜਿਹੜਾ ਅਸੀਂ 16 ਤਰੀਕ ਨੂੰ ਸਮਾਗਮ ਕੀਤਾ, ਉਹ ਸਮਾਗਮ ਦੀ ਇੱਕ ਕੜੀ ਜਿਹੜੀ ਵਿਸ਼ੇਸ਼ ਸੀ, ਉਹਦੇ ਵਿੱਚ ਅਸੀਂ 2 ਜਿਹੜੇ ਨੇ ਡਾਕਟਰ ਹਰਭਜਨ ਸਿੰਘ ਯਾਦਗਾਰੀ ਅਵਾਰਡ, ਜਿਹੜੇ ਸਾਡੇ ਇੱਥੋਂ ਦੇ ਸ਼ਾਇਰ ਨੇ, ਕਵੀ ਨੇ, ਅਸੀਂ ਉਹਨਾਂ ਨੂੰ ਦਿੱਤਾ, ਜਿਹਨਾਂ 'ਚ ਇੱਕ ਬਿੱਕਰ ਸਿੰਘ ਖੋਸਾ ਔਰ ਦੂਜਾ ਜਿਹੜਾ ਅਵਾਰਡ ਹੈ ਹਰਦਮ ਸਿੰਘ ਮਾਨ ਨੇ। ਉਹ ਸਭ ਤੋਂ ਖੂਬਸੂਰਤ ਇਹ ਗੱਲ ਸੀ ਕਿ ਇਹ ਸਮਾਗਮ ਦੇ ਵਿੱਚ ਡਾਕਟਰ ਸਾਹਿਬ ਦਾ ਪਰਿਵਾਰ ਜਿਹੜਾ ਸੀ, ਉਹਨਾਂ ਦੀ ਪੋਤਾ ਜਿਹੜਾ ਹੈ ਪ੍ਰੀਰੂਪ ਸਿੰਘ, ਉਹ ਵੀ ਵਿਸ਼ੇਸ਼ ਤੌਰ 'ਤੇ ਆਇਆ ਸੀ, ਔਰ ਉਹਨਾਂ ਦੀਆਂ 2 ਦੋਹਤੀਆਂ ਸੀਮਾ ਸਿੰਘ ਤੇ ਜੋਤਿਕਾ ਸਿੰਘ, ਉਹ ਵੀ ਸਾਡੇ ਇਸ ਪ੍ਰੋਗਰਾਮ ਵਿੱਚ ਆਏ ਸੀ, ਜਿਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ ਇਹ ਪ੍ਰਤੀਨਿਧਤਾ ਕੀਤੀ, ਔਰ ਸਾਨੂੰ ਇਹ ਖੁਸ਼ੀ ਹੋਈ ਹੈ। ਔਰ ਜਿੱਥੋਂ ਤੱਕ ਸਾਡੇ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੇ ਵੀ ਸਾਡੇ ਇਸ ਕਾਰਜ ਦੇ ਵਿੱਚ ਹਾਊਸ ਆਫ ਕਾਮਨਸ ਵੱਲੋਂ। ਹੁਣ ਮੈਂ ਇੱਥੇ ਡਾਕਟਰ ਜਸਪਾਲ ਸਿੰਘ ਜੀ ਕੋਲ ਦੁਬਾਰਾ ਜਾਵਾਂਗਾ। ਆਨੰਦ ਸਾਹਿਬ, ਮੈਂ ਤੁਹਾਨੂੰ ਇੱਥੇ ਰੋਕ ਕੇ ਡਾਕਟਰ ਜਸਪਾਲ ਸਿੰਘ ਜੀ ਕੋਲ ਦੁਬਾਰਾ ਜਾਣਾ ਚਾਹਾਂਗਾ। ਇੱਕ ਅਹਿਮ ਸਵਾਲ ਮੈਂ ਉਹਨਾਂ ਤੋਂ ਜ਼ਰੂਰ ਲੈਣਾ ਚਾਹਾਂਗਾ ਕਿ ਪੰਜਾਬੀ ਸਾਹਿਤ ਵਿੱਚ ਮਹਾਨ ਯੋਗਦਾਨ ਦੇਣ ਵਾਲੇ ਡਾਕਟਰ ਹਰਭਜਨ ਸਿੰਘ ਵਰਗੀ ਸ਼ਖਸੀਅਤ ਨੂੰ ਲੋਕਾਂ ਨੇ ਆਖਰ ਕਿਉਂ ਵਿਸਰਾ ਦਿੱਤਾ ਹੈ? ਕਿਉਂ ਕੈਨੇਡਾ ਵਰਗੀ ਧਰਤੀ ਤੋਂ ਇਸ ਮਹਾਨ ਸ਼ਖਸੀ ਜਨਮ ਸ਼ਤਾਬਦੀ ਬਾਰੇ ਸਮਾਗਮਾਂ ਦਾ ਸਿਲਸਿਲਾ ਸ਼ੁਰੂ ਹੋਇਆ? ਅਸੀਂ ਪੰਜਾਬੀ ਭਾਸ਼ਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀ ਗੱਲ ਤਾਂ ਹਮੇਸ਼ਾ ਕਰਦੇ ਹਾਂ, ਵੱਡੇ ਵੱਡੇ ਸਮਾਗਮ ਵੀ ਉਲੀਕੇ ਜਾਂਦੇ ਨੇ, ਪਰ ਜਦੋਂ ਕੋਈ ਸ਼ਖਸ ਆਪਣੀ ਪੂਰੀ ਉਮਰ ਪੰਜਾਬੀ ਭਾਸ਼ਾ ਦੀ ਸੇਵਾ ਵਿੱਚ ਬਿਤਾ ਦਿੰਦਾ ਹੈ, ਤਾਂ ਲੋਕ ਬਹੁਤ ਛੇਤੀ ਉਸ ਨੂੰ ਭੁੱਲ ਵੀ ਜਾਂਦੇ ਨੇ। ਅਜਿਹਾ ਕਿਉਂ ਹੁੰਦਾ? ਡਾਕਟਰ ਜਸਪਾਲ ਸਿੰਘ ਜੀ। ਤੁਹਾਡੇ ਸਵਾਲ ਦੇ ਜਵਾਬ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੈਤੇਜ ਸਿੰਘ ਹੋਰਾਂ ਨੂੰ ਔਰ ਉਹਨਾਂ ਦੇ ਸਾਥੀਆਂ, ਸਾਰੇ ਸਾਥੀਆਂ ਨੂੰ ਬਹੁਤ ਵਧਾਈ ਦੇਣੀ ਚਾਹੁੰਦਾ, ਦਿਲੋਂ ਵਧਾਈ ਦੇ ਰਿਹਾ ਕਿ ਤੁਸੀਂ ਡਾਕਟਰ ਹਰਭਜਨ ਸਿੰਘ ਜੀ ਦੀ ਯਾਦ ਵਿੱਚ ਇਹ ਸਮਾਗਮ ਆਯੋਜਿਤ ਕੀਤੇ ਨੇ, ਔਰ ਇਹ ਤੁਹਾਡਾ ਇਨੀਸ਼ੀਏਟਿਵ ਹੈ ਜਿਸ ਤੋਂ ਸਾਰੇ ਪ੍ਰੇਰਿਤ ਹੋ ਰਹੇ ਨੇ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਂ ਉਹਦੇ ਬਾਰੇ ਕਈ ਵਾਰੀ ਕਹਿੰਦਾ ਸਟੇਜਾਂ ਤੇ ਕਿ ਇੱਕ ਸ਼ੇਰ ਹੈ, ਡਾਕਟਰ ਸਾਹਿਬ ਇਹ ਸ਼ੇਰ ਨਾ ਉਰਦੂ ਦੇ ਸ਼ੇਰ ਮੈਨੂੰ ਲਿਖ ਕੇ ਭੇਜਦੇ ਸਨ, ਮੈਂ ਕਦੀ ਤੁਹਾਨੂੰ ਸੁਣਾਵਾਂਗਾ ਜੇ ਮੇਰੇ ਕੋਲ ਹੈ, ਤੇ ਮੈਂ ਤੁਸੀਂ ਹੈਰਾਨ ਹੋ ਜਾਓਗੇ ਕਿ ਬਈ ਇਸ ਤਰ੍ਹਾਂ ਵੀ ਡਾਕਟਰ ਸਾਹਿਬ ਕਦੀ ਕਰਦੇ ਸਨ। ਮੈਂ ਐਂਬੈਸਡਰ ਸੀ ਅਫਰੀਕਾ 'ਚ, ਤੇ ਡਾਕਟਰ ਸਾਹਿਬ ਨੇ ਮੈਨੂੰ ਚਿੱਠੀ ਲਿਖੀ, ਚਲੋ ਚਿੱਠੀ ਤੇ ਬਹੁਤ ਵੱਡੀ ਹੈ, ਪਰ ਉਹਦੇ 'ਚ ਇੱਕ ਥਾਂ ਤੇ ਲਿਖਿਆ ਹੈ, ਬਹੁਤ ਜੀ ਖੁਸ਼ ਹੁਆ ਹਾਲੀ ਸੇ ਮਿਲ ਕਰ। ਮੈਂ ਕਿਹਾ ਡਾਕਟਰ ਸਾਹਿਬ ਇਹ ਸ਼ੇਰ ਹੁਣ ਤੁਸੀਂ ਉਰਦੂ ਦੇ ਇਹੋ ਜਿਹੇ ਸ਼ੇਰ, ਬਹੁਤ ਜੀ ਖੁਸ਼ ਹੁਆ ਹਾਲੀ ਸੇ ਮਿਲ ਕਰ, अभी कुछ लोग बाकी हैं जहां में, अभी कुछ लोग बाकी हैं जहां में। ਤੇ ਫਿਰ ਕਹਿੰਦੇ ਨੇ ਮੈਂ ਆਪਣੇ ਹਾਲੀ ਨੂੰ ਮਿਲਿਆ ਤਾਂ ਨਹੀਂ, ਸਿਰਫ ਉਸ ਨੂੰ ਯਾਦ ਕਰਕੇ ਖੁਸ਼ ਹੋ ਰਿਹਾ, ਮੈਂ ਤੈਨੂੰ ਯਾਦ ਕਰ ਰਿਹਾ। ਤੋ ਇਹ ਜਿਹੜੇ ਸ਼ੇਰੋ ਸ਼ਾਇਰੀ ਹੈ, ਇਹਦੇ ਚ ਬੜੇ, मैं एक शेर आम तौर पे कहना, जिन लोगों को विरासत का एहसास नहीं होता, याद रखना ये शेर, जिन लोगों को विरासत का एहसास नहीं होता उन लोगों का कोई इतिहास नहीं होता। ਜਿਹੜੇ ਲੋਕ ਆਪਣੀ ਵਿਰਾਸਤ ਨੂੰ ਭੁੱਲ ਜਾਂਦੇ ਨੇ, ਉਹਨਾਂ ਦਾ ਇਤਿਹਾਸ ਖਤਮ ਹੋ ਜਾਂਦਾ ਹੈ, ਉਹ ਇਤਿਹਾਸ ਵਿੱਚੋਂ ਮਨਫੀ ਹੋ ਜਾਂਦੇ ਨੇ। ਕਦੀ ਉਹਨਾਂ ਤੇ ਕਿਤਾਬਾਂ ਲਿਖੀਆਂ ਜਾਂਦੀਆਂ ਸਨ, ਗ੍ਰੰਥ ਲਿਖੇ ਜਾਂਦੇ ਸਨ, ਮੁੜ ਕੇ ਆਰਟੀਕਲ ਤੇ ਫਿਰ ਉਹਨਾਂ ਦੀਆਂ ਖਬਰਾਂ ਹੀ ਆਉਂਦੀਆਂ ਨੇ। ਜਿਹੜੇ ਲੋਕ ਆਪਣੀ ਵਿਰਾਸਤ ਭੁੱਲ ਜਾਂਦੇ ਨੇ, ਤੇ ਮੈਨੂੰ ਬਹੁਤ ਇਸ ਗੱਲ ਦਾ ਤੁਹਾਡੇ ਕਹਿਣ ਮੁਤਾਬਕ ਦੁੱਖ ਹੈ ਕਿ ਅਸੀਂ ਆਮ ਤੌਰ ਤੇ ਆਪਣੇ ਵੱਡਿਆਂ ਨੂੰ ਭੁੱਲ ਜਾਂਦੇ ਹਾਂ, ਆਪਣੀ ਵਿਰਾਸਤ ਨੂੰ ਭੁੱਲ ਜਾਂਦੇ ਹਾਂ। ਜਿਨ੍ਹਾਂ ਨੇ ਕੁਝ ਕੀਤਾ ਹੁੰਦਾ ਹੈ ਉਹਨਾਂ ਨੂੰ ਵਿਸਾਰ ਦਿੰਦੇ ਹਾਂ।
ਪਰ ਮੈਨੂੰ ਲੱਗਦਾ ਹੈ ਕਿ ਇਹ ਗਲਤੀ ਹੋਣ ਤੋਂ ਸਾਨੂੰ ਬਚਾ ਲਿਆ ਜੈ ਤੇਗ ਸਿੰਘ ਹੋਰਾਂ ਨੇ ਤੇ ਇਹਨਾਂ ਦੇ ਸਾਥੀਆਂ ਨੇ। ਅਸੀਂ ਡਾਕਟਰ ਹਰਭਜਨ ਸਿੰਘ ਨੂੰ ਯਾਦ ਕਰਕੇ ਅਸਲ ਵਿੱਚ ਆਪਣੀ ਵਿਰਾਸਤ ਨੂੰ ਯਾਦ ਕਰ ਰਹੇ ਹਾਂ, ਆਪਣੀ ਵਿਰਾਸਤ ਨੂੰ ਮਜ਼ਬੂਤ ਕਰ ਰਹੇ ਹਾਂ। ਤੇ ਮੈਨੂੰ ਲੱਗਦਾ ਹੈ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਨਾ, ਉਹ ਮੇਰੇ ਦਿਲ ਦੇ ਅੰਦਰ ਵਸੀ ਹੋਈ ਹੈ। ਮੇਰੇ ਘਰ ਨੂੰ ਸਾੜ ਦਿੱਤਾ ਗਿਆ 1 ਨਵੰਬਰ ਨੂੰ, 100% ਅੱਗ ਦੇ ਭੇਟ ਚੜ ਗਿਆ। ਮੇਰੇ ਸਿਰ ਤੇ 31 ਟਾਂਕੇ ਲੱਗੇ ਸਨ। ਆਲਮੋਸਟ ਬੜੀ ਮੁਸ਼ਕਲ ਨਾਲ ਮੇਰਾ ਬਚਾਅ ਹੋਇਆ ਸੀ। ਔਰ ਪਰ ਮੈਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਇਹ ਸੀ ਕਿ ਜਿਹੜੀ ਭੀੜ ਨੇ ਅਟੈਕ ਕੀਤਾ ਸੀ, ਜਿਹਦੇ ਨਾਲ ਮੈਂ 3 ਘੰਟੇ ਲੜਦਾ ਰਿਹਾ, ਉਸ ਭੀੜ ਵਿੱਚ ਕੁਝ ਬੰਦੇ ਐਸੇ ਸਨ ਜਿਹੜੇ ਮੇਰੇ ਨੇੜੇ ਦੇ ਸਨ, ਜਿਹੜੇ ਮੇਰੇ ਮਿੱਤਰਾਂ ਦੇ ਘੇਰੇ ਵਿੱਚੋਂ ਸਨ, ਇਲਾਕੇ ਦੇ, ਕਰੋਲ ਬਾਗ ਦੇ। ਤਾਂ ਮੈਨੂੰ ਬਹੁਤ ਦੁੱਖ ਹੋਇਆ। ਬਾਕੀ ਤਾਂ ਠੀਕ ਹੈ, ਪਰ ਇਹ ਬੰਦੇ ਇੱਥੇ ਕੀ ਕਰ ਰਹੇ ਨੇ, ਇਹ ਕਿਉਂ ਇਹਦੇ ਵਿੱਚ ਸ਼ਾਮਲ ਨੇ? ਭੀੜ ਗੱਲ ਮੁੱਕ ਗਈ। ਥੋੜੇ ਦਿਨ 'ਚ ਮੈਂ ਠੀਕ ਹੋਣਾ ਸ਼ੁਰੂ ਹੋ ਗਿਆ। ਇੱਕ ਜਲੂਸ ਨਿਕਲ ਰਿਹਾ ਸੀ ਉਸੇ ਥਾਂ ਤੋਂ, ਉਹਨਾਂ ने जबरदस्ती मनु बुलाया कि जुलूस देख लीजिए, आपको पार्टिसिपेट करना चाहिए, आप इस इलाके से गुरुद्वारा कमेटी के नुमाइंदे हैं। तो मैं थल्ले उतरिया बड़ी मुश्किल ते, एक भीड़ जा रही सी और वो नारे ला रही सी, सिखों की रक्षा कौन करेगा, हम करेंगे, हम करेंगे। जो मैं उस भीड़ नूं देखिया तो वही बंदे जिन्होंने मेरा घर साड़िया सी, उन्हां विचों वही बंदे उस भीड़ विच भी शामिल ने ਜਿਹੜੇ ਕਹਿ ਰਹੇ ਨੇ ਕਿ ਸਿੱਖੋਂ की रक्षा कौन करेगा, हम करेंगे, हम करेंगे। ਇਹ ਘਟਨਾ ਵਾਪਰ ਗਈ। ਮੈਂ ਡਾਕਟਰ ਸਾਹਿਬ ਨੂੰ ਮਿਲਿਆ ਔਰ ਡਾਕਟਰ ਸਾਹਿਬ ਨੇ ਇੱਕ ਕਵਿਤਾ ਲਿਖੀ ਹੋਈ ਸੀ। ਉਹ ਕਵਿਤਾ ਮੈਨੂੰ ਸੁਣਾਈ ਉਹਨਾਂ ਨੇ। ਕੱਲ ਅਸੀਂ ਯਾਰ ਸਾਂ 1984 ਦੇ ਹਵਾਲੇ ਨਾਲ, 1984 ਦੀ ਉਸ ਘਟਨਾ ਦੇ ਹਵਾਲੇ ਨਾਲ ਜੋ ਕੁਝ ਦਿੱਲੀ 'ਚ ਹੋਇਆ ਅਸੀਂ ਸਾਰੇ ਜਾਣਦੇ ਹਾਂ। ਜੈਨੋਸਾਈਡ ਹੋਇਆ, ਸਾਰੇ ਕਹਿੰਦੇ ਆ। ਡਾਕਟਰ ਸਾਹਿਬ ਨੇ ਕਵਿਤਾ ਲਿਖੀ ਸੀ, ਕਮਾਲ ਦੀ ਕਵਿਤਾ ਹੈ। ਕੱਲ ਅਸੀਂ ਯਾਰ ਸਾਂ, ਕੱਲ ਫਿਰ ਹੋਵਾਂਗੇ, ਅੱਜ ਅਸੀਂ ਯਾਰ ਨਹੀਂ। ਕੱਲ ਅਸੀਂ ਯਾਰ ਸਾਂ, ਕੱਲ ਫਿਰ ਹੋਵਾਂਗੇ, ਅੱਜ ਅਸੀਂ ਯਾਰ ਨਹੀਂ। ਕੱਲ ਤੋਂ ਚਲੇ ਤੇ ਕੱਲ ਤੱਕ ਪਹੁੰਚੇ, ਅੱਜ ਵਿਚਕਾਰ ਨਹੀਂ। ਦੇਖੋ ਇਹ ਕਵਿਤਾ, ਇਹ ਇੰਨੀ ਗੱਲ 'ਚ, ਕੱਲ ਅਸੀਂ ਯਾਰ ਸਾਂ, ਕੱਲ ਫਿਰ ਹੋਵਾਂਗੇ, ਅੱਜ ਅਸੀਂ ਯਾਰ ਨਹੀਂ। ਕੱਲ ਤੋਂ ਚਲੇ ਤੇ ਕੱਲ ਤੱਕ ਪਹੁੰਚੇ, ਅੱਜ ਵਿਚਕਾਰ ਨਹੀਂ। ਇੱਕ ਇਤਬਾਰ ਸੀ ਜਿਹੜਾ ਟੁੱਟ ਚੁੱਕਾ ਹੈ, ਜੁੜ ਵੀ ਜਾਵੇਗਾ। ਇੱਕ ਇਤਬਾਰ ਸੀ ਜਿਹੜਾ ਟੁੱਟ ਚੁੱਕਾ ਹੈ, ਜੁੜ ਵੀ ਜਾਵੇਗਾ, ਪਰ ਜੁੜ ਕੇ ਫਿਰ ਨਹੀਂ ਟੁੱਟੇਗਾ। ਇਹ ਇਤਬਾਰ ਨਹੀਂ, ਇਹ ਇਤਬਾਰ ਨਹੀਂ। ਜਦੋਂ ਇਹ ਕਵਿਤਾ ਡਾਕਟਰ ਸਾਹਿਬ ਦੀ ਸੁਣੀ, ਮੈਂ ਕਿਹਾ ਡਾਕਟਰ ਸਾਹਿਬ ਇਹ ਤੇ ਮੇਰੇ ਨਾਲ ਵਾਪਰਿਆ। ਜਿਹੜੇ ਕੱਲ ਇੱਕ ਯਾਰ ਸਨ, ਅੱਜ ਯਾਰ ਨਹੀਂ, ਕੱਲ ਫਿਰ ਉਹ ਮੇਰੇ ਯਾਰ ਹੋ ਜਾਣਗੇ। ਤੇ ਮੈਂ ਜਦੋਂ ਉਹਨਾਂ ਨੂੰ ਸੁਣਾਇਆ ਤੇ ਮੈਂ ਕਿਹਾ ਜੀ ਇਹ ਕਵਿਤਾ ਮੈਨੂੰ ਇੱਦਾਂ ਲੱਗਦੀ ਹੈ ਕਿ ਜਿੱਦਾਂ ਮੈਂ ਲਿਖੀ ਹੈ। ਕਹਿੰਦਾ ਹੁਣ ਤੂੰ ਰਹਿਣ ਦੇ ਨਾ, ਸ਼ਾਇਰ ਦੀ ਇਹੀ ਤੇ ਖਾਸੀਅਤ ਹੁੰਦੀ ਹੈ ਕਿ ਜੋ ਸਮਾਜ ਵਿੱਚ ਵਾਪਰਦਾ ਹੈ, ਜੋ ਦੁਨੀਆ ਵਿੱਚ ਵਾਪਰਦਾ ਹੈ, ਉਹਨਾਂ ਕੋਲ। ਤੇ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਦੀਆਂ ਕਵਿਤਾਵਾਂ ਦੀ ਜੇ ਮੈਂ ਗੱਲ ਕਰਾਂ, ਮੈਂ ਬਹੁਤ ਕਰ ਸਕਦਾ। ਇੱਕ ਮੈਂ ਨੁਕਤਾ ਹੋਰ ਕਹਿਣਾ ਚਾਹੁੰਦਾ, ਸ਼ਾਇਦ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਨਾਲ ਬਹੁਤ ਡੂੰਘਾ ਪਿਆਰ ਸੀ, ਬਹੁਤ ਡੂੰਘਾ ਪਿਆਰ ਦਰਬਾਰ ਸਾਹਿਬ ਨਾਲ। ਇਹ ਮੈਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਦੇਖਿਆ, ਉਹਨਾਂ ਦੀ ਲਿਖਤਾਂ ਵਿੱਚ ਦੇਖਿਆ। ਉਹਨਾਂ ਦੀ ਇੱਕ ਕਵਿਤਾ ਬਹੁਤ ਖੂਬਸੂਰਤ ਹੈ। ਮੈਨੂੰ ਲੱਗਦਾ ਕੈਨੇਡਾ ਦੇ ਵਾਸੀ ਵੀ ਇਸ ਕਵਿਤਾ ਨੂੰ ਸੁਣ ਕੇ ਉਹਨਾਂ ਨੂੰ ਬਹੁਤ ਚੰਗਾ ਲੱਗੇਗਾ। ਉਹ ਕਹਿੰਦੇ ਨੇ, ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ। ਕਿਆ ਕਵਿਤਾ ਲਿਖੀ ਹੈ, ਕੁਝ ਸਤਰਾਂ ਦੀ ਕਵਿਤਾ ਹੈ। ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ, ਸੋਨੇ ਦੀਆਂ ਜਿੱਥੇ ਇੱਟਾਂ ਲੱਗੀਆਂ, ਚਾਂਦੀ ਦਾ ਲੱਗਿਆ ਗਾਰਾ। ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ, ਸੋਨੇ ਦੀਆਂ ਜਿੱਥੇ ਇੱਟਾਂ ਲੱਗੀਆਂ, ਚਾਂਦੀ ਦਾ ਲੱਗਿਆ ਗਾਰਾ। ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ। ਫਿਰ ਅੱਗੇ ਲਿਖਦੇ ਨੇ, ਹਰਮੰਦਰ ਤਾਂ ਸਭ ਦਾ ਸਾਂਝਾ, ਹਰਮੰਦਰ ਤਾਂ ਸਭ ਦਾ ਸਾਂਝਾ, ਸਮਤਾ ਦਾ ਭੰਡਾਰਾ ਹੈ। ਔਰ ਫਿਰ ਕਹਿੰਦੇ ਨੇ, ਤੈਂ ਦਰ ਛੋੜ ਮੈਂ ਕਹਿੰਦਰ ਜਾਵਾਂ, ਕੌਣ ਕਰੇ ਨਿਸਤਾਰਾ। ਮਾਏ ਮੈਨੂੰ ਅੰਮ੍ਰਿਤਸਰ ਲੱਗਦਾ ਪਿਆਰਾ। ਮੈਨੂੰ ਇੰਨੀ ਖੁਸ਼ੀ ਹੋਈ ਇਹ ਕਵਿਤਾ ਪੜ੍ਹ ਕੇ ਕਿ ਦਰਬਾਰ ਸਾਹਿਬ ਨੂੰ ਕਿੰਨਾ ਮਾਣ ਸਤਿਕਾਰ ਦਿੰਦੇ ਨੇ। ਜਿਹੜੀ ਮੈਂ ਗੱਲ ਦਰਬਾਰ ਸਾਹਿਬ ਦੀ ਕਰ ਰਿਹਾ, ਮੈਨੂੰ ਇੱਕ ਚਿੱਠੀ ਹੋਰ ਲਿਖੀ ਸੀ ਡਾਕਟਰ ਸਾਹਿਬ ਨੇ ਜਦੋਂ ਮੈਂ ਬਾਹਰ ਸਾਂ। ਤੇ ਉਸ ਚਿੱਠੀ ਵਿੱਚ ਜੋ ਅੰਮ੍ਰਿਤਸਰ ਦੀ ਗੱਲ, ਉਹ ਕਹਿੰਦੇ ਨੇ ਉਹਨਾਂ ਦੀ ਸਿਹਤ ਖਰਾਬ ਸੀ। ਇਹ ਸ਼ਾਇਦ 99 ਦੀ ਗੱਲ ਹੈ, 1999 ਦੀ ਗੱਲ ਹੈ। ਤੇ ਉਹ ਮੈਨੂੰ ਚਿੱਠੀ 'ਚ ਲਿਖਦੇ ਨੇ ਕਿ ਆਪਣੀ ਸਿਹਤ ਦਾ ਜ਼ਿਕਰ ਕਰਦਿਆਂ, ਮੈਂ ਹੁਣ ਕਾਫੀ ਠੀਕ ਹਾਂ। ਤੁਸੀਂ ਇਹ ਗੱਲ ਦੇਖੋ, ਉਹਨਾਂ ਦੀ ਬਿਰਤੀ ਕੀ ਹੈ।
ਉਹ ਖੜੇ ਕਿੱਥੇ ਨੇ, ਇਹ ਗੱਲ ਧਿਆਨ ਚ ਰੱਖਣ ਵਾਲੀ ਕਿੱਦਾਂ ਹੋ ਰਹੀ ਹੈ ਸਾਹਿਤ ਦੀ। ਉਹ ਕਹਿੰਦੇ ਨੇ ਕਿ ਮੈਂ ਹੁਣ ਕਾਫੀ ਠੀਕ ਹਾਂ, ਸ਼ੁਕਰਾਨੇ ਲਈ ਹਰਮੰਦਰ ਸਾਹਿਬ ਗਿਆ ਸਾਂ, ਜਰਾ ਠੀਕ ਹੋਇਆ ਨਾ ਮੈਂ ਤੇ ਮੈਂ ਹਰਮੰਦਰ ਸਾਹਿਬ ਗਿਆ ਸਾਂ, ਉੱਥੇ ਰਾਗੀ ਚੌਥੇ ਪਾਤਸ਼ਾਹ ਦਾ ਸ਼ਬਦ ਗਾਇਨ ਕਰ ਰਹੇ ਸਨ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਮੈਨੂੰ ਚਿੱਠੀ ਹੈ, ਮੇਰੇ ਕੋਲ ਹੁਣ ਵੀ ਇਹ ਚਿੱਠੀ ਪਈ ਹੋਈ ਹੈ। ਉਹ ਕਹਿੰਦੇ ਨੇ ਕਿ ਮੈਂ ਹੁਣ ਕਾਫੀ ਠੀਕ ਹਾਂ, ਸ਼ੁਕਰਾਨੇ ਲਈ ਹਰਮੰਦਰ ਸਾਹਿਬ ਗਿਆ ਸਾਂ, ਉੱਥੇ ਰਾਗੀ ਚੌਥੇ ਪਾਤਸ਼ਾਹ ਦਾ ਸ਼ਬਦ ਗਾਇਨ ਕਰ ਰਹੇ ਸਨ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਕਹਿੰਦਾ ਮਨ ਨੂੰ ਬੜਾ ਸਕੂਨ ਮਿਲਿਆ, ਲੱਗਦਾ ਹੈ ਕਿ ਮੈਂ ਠੀਕ ਹਾਂ। ਮਨੂੰ ਮੈਂ ਦੇਖ ਕੇ ਹੈਰਾਨਗੀ ਸੀਗੀ, ਇਹ ਸ਼ਰਧਾ, ਇਹ ਪਿਆਰ, ਇਹ ਡੈਡੀਕੇਸ਼ਨ, ਇਹ ਉਹਨਾਂ ਦੀ ਮਨ ਦੀ ਸਥਿਤੀ ਹੈ, ਮਨੋ ਸਥਿਤੀ ਇਹੋ ਜਿਹੀ ਹੈ, ਔਰ ਇਹੋ ਜਿਹਾ ਚਾਨਣ ਉਹਨਾਂ ਦੇ ਮੱਥੇ ਵਿੱਚ ਹੈ ਤੇ ਫਿਰ ਸ਼ਾਇਰੀ ਤੇ ਫਿਰ ਸਾਹਿਤ ਰਚਨਾ ਇਹੋ ਜਿਹੀ ਹੋ ਸਕਦੀ ਹੈ, ਵਰਨਾ ਹੋ ਵੀ ਨਹੀਂ ਸਕਦੀ। ਮੈਂ ਸੱਚਮੁੱਚ ਬਹੁਤ ਡਾਕਟਰ ਜਸਪਾਲ ਸਿੰਘ ਜੀ, ਇਸ ਤੋਂ ਪਤਾ ਚੱਲਦਾ, ਇਸ ਚਿੱਠੀ ਤੋਂ ਪਤਾ ਚੱਲਦਾ ਕਿ ਕਿਸ ਤਰ੍ਹਾਂ ਬਿਮਾਰ ਹੋਣ ਦੇ ਬਾਵਜੂਦ ਕਿੰਨੀ ਪੋਜ਼ਿਟਿਵ એનર્ਜੀ ਭਰੀ ਹੋਈ ਸੀ ਉਹਨਾਂ ਦੇ ਅੰਦਰ। ਭਰੀ ਹੋਈ ਸੀ, ਬਿਲਕੁਲ 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 ਬਿਲਕੁਲ। ਫਿਰ ਉੱਥੇ ਯਾਦ ਰੱਖਣਾ ਕਿ ਚੌਥੇ ਪਾਤਸ਼ਾਹ ਦੇ ਸ਼ਬਦ ਦਾ ਗਾਇਨ ਹੋ ਰਿਹਾ ਸੀ, ਰਾਗੀ ਇਹ ਸ਼ਬਦ ਗਾਇਨ ਕਰ ਰਹੇ ਸਨ ਤੇ ਮੈਂ ਆਪਣੀ ਸਿਹਤ ਮੈਨੂੰ ਠੀਕ ਲੱਗ ਗਈ, ਮੈਂ ਠੀਕ ਹੋਣ ਵਾਲਾ, ਮੈਂ ਠੀਕ ਹੋ ਜਾਵਾਂਗਾ। ਗੱਲ ਤਾਂ ਇਹ ਹੈ। ਬਿਲਕੁਲ ਬਿਲकुल बिल्कुल। जब्बल साहब तुहाडे कोल ही आवांगा और यही सवाल मैं तुहाडे तो भी करना चाहांगा, क्योंकि भारत विच भी जेकर कवियां की गिनती की जाए तो कवियां की गिनती अथाह है, तुसीं गिन नहीं सकते उन्हां नूं। बहुत वड्डी गिनती विच पंजाबी भाषा नूं प्यार करन वाले मौजूद ने, अपनी काव रचना के जरिए वख-वख समागमां विच शिरकत करते हैं, पर क्यों असीं डॉक्टर हरभजन सिंह वर्गी महान शख्सियत नूं विसरा रहे हैं? क्यों लोग उन्हां नूं याद नहीं कर पा रहे? क्यों कैनेडा वर्गी धरती ते समागमां दी जरूरत सानूं पै रही है? कि सानूं कैनेडा की धरती तो ही भारत के लोगों को जगाण की लोड़ महसूस हो रही है? क्यों? विरमानी साहब, जे तुसीं थोड़ा जिहा इहनूं आपां ध्यान नाल सोचीए, क्योंकि जदों कैनेडा विच इत्थे आउणे शुरू होए आ पिछले 100 साल दे विच आपां इतिहास ते नज़र मारीए तां पंजाबी नूं संबंधी जिन्ने भी असीं इत्थे ते लोक आए आ पंजाब चों, असीं बहुत जागरूक हाँ। इत्थे कई वारी इत्थे विचारां होईयां ने, पंजाबी पहलां किते इन्नी बोली नहीं सी जांदी, हुण पंजाबी दे हर खेतर च पंजाबी बोली जाती है। पंजाबी दे न्यूज़पेपर आ, इत्थे सभावां विच गलबात हुंदी आ, नौकरियां दे विच भी पंजाबी दा होना लाजमी आ, क्योंकि कई खेतर विच जे तुसीं ओह एम्पलॉय रखने आ, कोई उम्मीदवार रखने चाहुंदे आ, तो उन्हां दा लाजमी है भी उन्होंने पंजाबी आउणी चाहीदी आ, क्योंकि उन्हां ने उन्हां नाल गलबात करनी है। तो इस खेतर दे विच जिहड़े अपनी माँ बोली नाल प्यार करदे शुरू तो लग के ਇੱਥੇ ਇਸ ਤਰ੍ਹਾਂ ਕੀਤਾ ਹੈ ਵੀ ਬੱਚਿਆਂ ਵਾਸਤੇ ਜੇ ਛੋਟੇ ਬੱਚਿਆਂ ਤੋਂ 4-5 ਸਾਲ ਤੋਂ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਸਕੂਲ ਰੱਖੇ ਹੋਏ ਆ, ਤਾਂ ਕਿ ਉੱਥੇ ਆ ਕੇ ਪੰਜਾਬੀ ਚੋਂ ਪਹਿਲਾਂ ਊੜਾ ਇਹਦਾ ਤੋਂ ਸਿੱਖ ਸਕਣ, ਥੋੜੀ ਜੀ ਇੱਕ ਸਿੱਖਿਆ ਲੈ ਸਕਣ, ਉਹਦੇ ਨਾਲ ਉਹਨਾਂ ਦਾ ਬੇਸ ਬਣ ਜਾਂਦਾ ਆ। ਉਦੋਂ ਬਾਅਦ ਫਿਰ ਪ੍ਰੋਵਿੰਸ਼ੀਅਲ ਲੈਵਲ ਤੇ ਉਹਨਾਂ ਨੂੰ ਇਲੈਕਟਿਵ ਸਬਜੈਕਟ ਲੈ ਕੇ, ਉਹ ਵੀ ਇਹਨਾਂ ਨੂੰ ਸਾਨੂੰ ਪਿਛਲੇ 15-20 ਸਾਲ ਪਹਿਲਾਂ ਇਹ ਸਾਨੂੰ ਮਿਲ ਗਿਆ ਸੀਗਾ, ਤਾਂ ਕਿ ਉਹਨਾਂ ਨੂੰ ਸਕੂਲਾਂ 'ਚ ਪੰਜਾਬੀ ਵੀ ਸਿਖਾਈ ਜਾਵੇ, ਉਹ ਆਪਣੇ ਸਬਜੈਕਟ ਲੈਂਦੇ ਸੀਗੇ। ਤੇ ਉਹਦੇ ਨਾਲ ਕੀ ਹੋਇਆ ਕਿ ਪੰਜਾਬੀ ਦਾ ਬੋਲਬਾਲਾ ਹੋ ਗਿਆ। ਪੰਜਾਬੀ ਹੁਣ ਇਸ ਵੇਲੇ ਤਕਰੀਬਨ ਤੁਸੀਂ ਦੇਖਦੇ ਹੋ ਕਿ ਸਾਰੇ ਕਈ ਕੈਨੇਡਾ ਤੇ ਕੀ ਬਾਕੀ ਵੀ ਕਈ ਕੰਟਰੀਆਂ 'ਚ ਪੰਜਾਬੀ ਤਕਰੀਬਨ ਸੈਕੰਡ ਲੈਂਗੁਏਜ ਸਮਝੀ ਜਾਂਦੀ ਹੈ, ਸੈਕੰਡ ਜਾਂ ਥਰਡ, ਕਿਉਂਕਿ ਸਾਡੇ ਤੇ ਦੋ ਸਬਜੈਕਟ ਹੈਗੀਆਂ ਲੈਂਗੁਏਜ, ਇੰਗਲਿਸ਼ ਫਰੈਂਚ ਹੈਗੀ ਆ, ਤੇ ਤੀਜੀ ਜਿਹੜੀ ਆ ਆਪਣੇ ਪੰਜਾਬੀ ਵੀ ਬਹੁਤ ਕਾਫੀ ਪੱਧਰ ਤੇ ਬੋਲੀ ਜਾਂਦੀ ਆ। ਤੇ ਜਿਹੜੇ ਆਪਣੇ ਗਵਰਨਮੈਂਟ ਆਫਿਸਰਸ ਆ, ਉਹ ਵੀ ਕਈ ਵਾਰੀ ਕੋਸ਼ਿਸ਼ ਕਰਦੇ ਆ ਬਈ ਪੰਜਾਬੀ ਸਪੀਕਿੰਗ ਬੰਦੇ ਹੋਣ, ਤਾਂ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਈਵਨ ਮੈਡੀਕਲ ਸਰਵਿਸਿਜ਼ ਹੋਣ, ਸਾਰਾ ਕੁਝ। ਪਰ ਜਿਹੜਾ ਆਪਾਂ ਜਦੋਂ ਆਪਾਂ ਗੱਲ ਕਰਦੇ ਹਾਂ ਕਿਉਂ ਵਿਸਾਰ ਦਿੱਤਾ ਤੁਸੀਂ ਕਹਿੰਦੇ ਆ, ਜੇ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਵਿੱਚ ਪੰਜਾਬੀ ਦਾ ਇੰਨਾ ਬੋਲਬਾਲਾ ਨਹੀਂ ਗਾ। ਇੱਕ ਦੋ ਵਾਰੀ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ, ਤਾਂ ਆਪਾਂ ਜਦੋਂ ਜਾਂਦੇ ਹਾਂ ਤਾਂ ਆਪਣੇ ਪੰਜਾਬ ਦੇ ਲੋਕ ਹੀ ਆਪਣੇ ਆਪ ਨੂੰ ਹਿੰਦੀ ਬੋਲ ਕੇ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਬਹੁਤ ਸੁਪੀਰੀਅਰ ਬੰਦੇ ਆ। ਜਿੱਦਾਂ ਪਤਾ ਨਹੀਂ ਉਹਨੂੰ ਪੰਜਾਬੀ 'ਚ ਕੀ ਦਿਸਦਾ ਆ, ਵੀ ਪੰਜਾਬੀ ਨੂੰ ਇੰਨੀ ਅਹਿਮੀਅਤ ਨਹੀਂ ਦਿੰਦੇ। ਤੇ ਨਾ ਹੀ ਹੁਣ ਜਿੱਦਾਂ ਜਿੰਨੀ ਵੀ ਕਾਰਗੁਜ਼ਾਰੀ ਆ, ਕੋਈ ਜ਼ਮਾਨਾ ਹੁੰਦਾ ਚਾਹੀਦਾ ਆ ਕਿ ਜੇ ਆਪਣੀਆਂ ਕੋਈਆਂ ਕੋਰਟਾਂ ਆ, ਸਕੂਲ ਆ, ਉੱਥੇ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ। ਪਰ ਆਪਣੀ ਜਿਹੜੀ ਗੌਰਮੈਂਟ ਲੈਵਲ ਤੇ ਵੀ ਜੇ ਕੋਈ ਤੁਸੀਂ ਆਪਣੀ ਕਾਰਗੁਜ਼ਾਰੀ ਕਰਦੇ ਹੋ, ਉਹ ਵੀ ਪੰਜਾਬੀ 'ਚ ਕੀਤੀ ਜਾਵੇ। ਇੱਥੇ 2 ਸਾਲ ਪਹਿਲਾਂ ਅਸੀਂ ਪੰਜਾਬੀ ਦੀ ਇੱਥੇ ਕਾਨਫਰੰਸ ਵੀ ਕੀਤੀ ਸੀ, ਉਹ ਤੋਂ ਸਾਨੂੰ ਪਤਾ ਲੱਗਾ ਵੀ ਪੰਜਾਬ 'ਚ ਚੀਜ਼ਾਂ ਬਹੁਤ ਲੈਕ ਕਰਦੀਆਂ ਆ।
ਸੋ ਮੈਨੂੰ ਪਤਾ ਨਹੀਂ ਵੀ ਪੰਜਾਬੀ ਇਸ ਵਿਸ਼ੇ ਵਾਲੇ ਕਿਉਂ ਸੁਸਤ ਆ ਜਾਂ ਪਿੱਛੇ ਬੈਕ ਆ। ਇਸ ਕਰਕੇ ਅਸੀਂ ਥੋੜਾ ਜਿਹਾ ਹੰਭਲਾ ਮਾਰਦੇ ਹਾਂ ਵੀ ਸਾਨੂੰ ਵਿਰਾਸਤ ਦਾ ਤੇ ਮਾਂ ਬੋਲੀ ਨਾਲ ਜੁੜਨ ਦੀ ਜ਼ਰੂਰਤ ਆ। ਉਮੀਦ ਹੈ ਕਿ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਕੁਛ ਉੱਥੇ ਵੀ ਥੋੜਾ ਜਿਹਾ ਉਹਨਾਂ ਨੂੰ ਰੋਣਾ ਆਊਗਾ ਤੇ ਉੱਠ ਕੇ ਇਹਨੂੰ ਪੰਜਾਬੀ ਨੂੰ ਜਿਹੜੀ ਰਾਜ ਪੱਧਰ ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਜੇ ਰਾਜ ਪੱਧਰ ਤੇ ਪੰਜਾਬੀ ਆ ਜਾਵੇ ਤਾਂ ਜਿਹੜੀ ਨੌਕਰੀ ਕਰਨ ਵਾਲੇ ਆ ਜਾਂ ਜਿਨ੍ਹਾਂ ਨੂੰ ਕੋਈ ਸੋਰਸ ਆਫ ਇਨਕਮ ਆ, ਇਹ ਵੀ ਪੰਜਾਬੀ ਦੇ ਥਰੂ ਮਿਲ ਸਕਦਾ ਆ ਜਿਹੜਾ ਆ। ਉਹਦੇ ਨਾਲ ਹੀ ਫਿਰ ਤੁਹਾਡੇ ਜਿਹੜੇ ਸਾਹਿਤ ਲਿਖਣ ਵਾਲੇ ਆ, ਲਿਖਣ ਵਾਲੇ ਤੇ ਪੜ੍ਹਨ ਵਾਲੇ ਵੀ ਉਹ ਵੀ ਤਰੱਕੀ ਕਰ ਸਕਦੇ ਆ। ਸੋ ਮੇਰਾ ਇਹ ਵੀ ਲੱਗਦਾ ਵੀ ਉੱਥੇ ਵੀ ਘਾਟ ਜਿਹੜੀ ਹੋਣ ਕਰਕੇ ਤਾਂ ਕਰਕੇ ਇਹ ਤੋਂ ਬਾਹਰੋਂ ਜਿਹੜੇ ਲੋਕੀ ਆ ਉਹ ਜਾਗਰੂਕ ਆ, ਉਹ ਚਾਹੁੰਦੇ ਆ ਵੀ ਪੰਜਾਬੀ ਜਿਹੜੀ ਵਧੇ ਫੁੱਲੇ, ਕਿਉਂਕਿ ਪੰਜਾਬੀ ਸਾਡੇ ਗੁਰੂਆਂ ਦੀ ਬੋਲੀ ਆ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਅਸੀਂ ਇਹ ਤੋਂ ਜੇ ਅਸੀਂ ਭੁੱਲ ਗਏ ਤਾਂ ਸਮਝ ਲਓ ਵੀ ਸਭ ਰੁਲ ਗਏ, ਸਮਝ ਲਓ ਜਿਸ ਤਰ੍ਹਾਂ ਹੋ ਗਿਆ ਨਾ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇਹ ਵਿਰਾਸਤ ਤੋਂ ਲਾਂਭੇ ਜਾ ਸਕੀਏ। ਸੋ ਇਹ ਨਿਮਾਣਾ ਜਿਹਾ ਅਸੀਂ ਇਹ ਤੋਂ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਰਲ ਕੇ ਆਪਣੇ ਇੰਟਰਨੈਸ਼ਨਲ ਮੈਮੋਰੀਅਲ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਵੱਲੋਂ ਤੇ ਕੈਨੇਡੀਅਨ ਰਾਮਗੜੀਆ ਸੁਸਾਇਟੀ ਵੱਲੋਂ। ਤੇ ਉਮੀਦ ਆ ਕਿ ਬਾਕੀ ਦੀਆਂ ਵੀ ਸੰਗਤਾਂ ਸਾਡੇ ਨਾਲ ਸਹਿਯੋਗ ਦੇ ਕੇ ਭਾਈ ਸਾਹਿਬ ਨੂੰ ਜਿਹੜੀ ਕਿ ਉਹਨਾਂ ਦੀ ਅਹਿਮੀਅਤ ਆ ਉਹਨੂੰ ਜਾਣਨਾ ਚਾਹੁੰਦੇ ਆ ਆਪਾਂ ਇਸ ਜਗਤ ਦੇ ਵਿੱਚ, ਆਰਮੀ ਜਗਤ ਦੇ ਵਿੱਚ, ਉੱਥੇ ਉਹਨਾਂ ਨੂੰ ਪ੍ਰੋਪਰ ਦਰਜਾ ਮਿਲ ਸਕੇ। ਸੋ ਸਾਡੀ ਇਹ ਬੇਨਤੀ ਆ ਇੱਕ ਵਾਰੀ ਫਿਰ ਸਾਰੇ ਰਲ ਕੇ ਆਓ ਹੰਭਲਾ ਮਾਰੀਏ ਤੇ ਉਹਨਾਂ ਨੂੰ ਉਹ ਜਾਇਜ਼ ਦਵਾ ਸਕੀਏ। ਬਿਲਕੁਲ, ਔਰ ਇਹ ਸਾਡੀ ਕੋਸ਼ਿਸ਼ ਹੀ ਸੀ ਜੀ ਕਿ ਇਸ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਜ਼ਰੀਏ ਅਸੀਂ ਆਮ ਲੋਕਾਂ ਤੱਕ ਇੱਕ ਸੁਨੇਹਾ ਪਹੁੰਚਾ ਸਕੀਏ ਔਰ ਡਾਕਟਰ ਹਰਭਜਨ ਸਿੰਘ ਜੀ ਜਿਹੜੀ ਸ਼ਖਸੀਅਤ ਨੇ, ਮਹਾਨ ਸ਼ਖਸੀਅਤ ਹੈ, ਉਹ ਉਹਨਾਂ ਬਾਰੇ ਦੱਸ ਸਕੀਏ ਔਰ ਜਿਹੜਾ ਤੁਸੀਂ ਸਮਾਗਮ ਕੀਤਾ ਉਸ ਬਾਰੇ ਵੀ ਲੋਕਾਂ ਨੂੰ ਅਸੀਂ ਜਾਣੂ ਕਰਵਾ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੈਤੇਕ ਸਿੰਘ ਆਨੰਦ ਸਾਹਿਬ, ਡਾਕਟਰ ਜਸਪਾਲ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਗੱਬਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਵਾਰੀ ਫਿਰ ਆਨੰਦ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ, ਜੱਬਲ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਕਿ ਇੱਕ ਵੱਡਾ ਹਮਲਾ ਤੁਸੀਂ ਮਾਰਿਆ ਔਰ ਪੂਰੀ ਦੁਨੀਆ ਵਿੱਚ ਇੱਕ ਸੇਧ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਤੇ ਮੈਂ ਚਾਹਾਂਗਾ ਕਿ ਆਪਣੇ ਦਰਸ਼ਕਾਂ ਨੂੰ ਵੀ ਦੱਸਾਂ ਕਿ ਜਿਹੜੇ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਸ਼ਾਰਟਸ ਦੇਖ ਰਹੇ ਸੀ, ਉਹਨਾਂ ਵਿੱਚ ਨਾ ਸਿਰਫ ਭਾਰਤ ਤੋਂ ਬਲਕਿ ਯੂਕੇ ਤੋਂ, ਆਸਟ੍ਰੇਲੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ ਉਹਨਾਂ ਲੋਕਾਂ ਦੀਆਂ ਤਸਵੀਰਾਂ ਅਸੀਂ ਦਿਖਾਈਆਂ ਨੇ ਜਿਨ੍ਹਾਂ ਨੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਡਾਕਟਰ ਹਰਭਜਨ ਸਿੰਘ ਜੀ ਨੂੰ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਡੇ ਵੱਲੋਂ ਵੀ ਇਹ ਨਿਮਾਣੀ ਜਿਹੀ ਕੋਸ਼ਿਸ਼ ਤੁਹਾਡੇ ਰੂਬਰੂ ਸੀ। ਸੋ ਜੇਕਰ ਤੁਸੀਂ ਮੈਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਮੇਰਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ, +1 209 275 3038 ਅਤੇ ਸਾਡਾ ਈਮੇਲ ਐਡਰੈਸ ਹੈ। ਜੇਕਰ ਤੁਸੀਂ ਕੋਈ ਆਪਣੀ ਖਾਸ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਈਮੇਲ ਦੇ ਜ਼ਰੀਏ ਵੀ ਸਾਨੂੰ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ info@cktimetv.com। ਫਿਲਹਾਲ ਪ੍ਰੋਗਰਾਮ ਨਜ਼ਰੀਆ ਵਿੱਚ ਬਸ ਇੰਨਾ ਹੀ। ਧੰਨਵਾਦ।